ਹੀ ਆਇਆ ਸੀਗਾ ਲੋਕਾਂ ਦੇ ਨਾਲ ਹੀ, ਤੇ ਉਹਦੇ ਦੋਸਤ ਨੇ ਉਹ ਸਾਰੀ ਕਹਾਣੀ ਦੱਸੀ ਹੈ ਬਈ ਕਿਵੇਂ ਕਿਵੇਂ ਅਸੀਂ ਉੱਥੋਂ ਆਏ ਸੀਗੇ। ਸੋ ਜਿਹੜਾ ਪ੍ਰਿੰਸੀਪਲ ਜਿਹੜਾ ਇਹ ਲੂਪਹੋਲ ਨੂੰ ਟੈਪ ਕਰ ਰਿਹਾ ਨਾ ਕਿ ਕੋਈ ਵੀ ਐਪਲੀਕੈਂਟ ਭਾਵੇਂ ਉਹ ਕਿਸੇ ਵੀ ਕੰਟਰੀ ਦਾ ਇੱਕ ਨਾਗਰਿਕ ਹੈ, ਕਿਸੇ ਵੀ ਕੰਟਰੀ ਤੋਂ ਆਇਆ ਹੈ, ਐਜ਼ ਲੌਂਗ ਐਜ਼ ਉਹ ਸਹੀ ਸਲਾਮਤ ਤੁਹਾਡੇ ਬੂਹੇ ਆ ਕੇ ਨੌਕ ਕਰਕੇ ਤੁਹਾਨੂੰ ਕਹਿ ਰਿਹਾ ਕਿ ਠੀਕ ਹੈ ਆਈ ਐਮ ਅ ਕਲੇਮੈਂਟ, ਸਰਕਾਰ ਜਿਹੜੀ ਕੈਨੇਡੀਅਨ ਸਰਕਾਰ ਹੈ ਉਹਨਾਂ ਨੂੰ ਮਨਾ ਨਹੀਂ ਕਰ ਸਕਦੀ ਕਿ ਨਹੀਂ ਜੀ ਤੁਸੀਂ ਜਾਓ, ਅਸੀਂ ਤੁਹਾਡੀ ਐਪਲੀਕੇਸ਼ਨ ਨਹੀਂ ਲਈ। ਇਹ ਲਾਅ ਦੀ ਵੀ ਸਾਈਨ ਫॉर ਇਟ। ਇਹ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਅਗਰ ਮੇਰੇ ਸਾਹਮਣੇ ਆ ਜਾਣਗੇ ਤੇ ਮੈਂ ਉਹਨਾਂ ਨੂੰ ਪੁੱਛਾਂਗਾ ਵੀ ਤੁਸੀਂ ਤੇ ਸਾਈਨ ਕੀਤਾ ਸੀ ਇੱਕ ਐਗਰੀਮੈਂਟ ਇਸ ਕਾਲ STCA, ਸੇਫ ਥਰਡ ਕੰਟਰੀ ਐਗਰੀਮੈਂਟ, ਉਹਦਾ ਜਿਹੜਾ ਇੱਕ ਫਾਊਂਡੇਸ਼ਨ ਇਹੀ ਹੈ ਕਿ ਜੋ ਅਮਰੀਕਾ ਤੋਂ ਆਏਗਾ ਉਹ ਪਹਿਲਾਂ ਜਿਸ ਕੰਟਰੀ ਉਹ ਪਹਿਲਾਂ ਉਤਰਿਆ ਹੈ, ਲੈਟਸ ਸੇ ਕੋਈ ਨਾਈਜੀਰੀਆ ਤੋਂ ਆ ਕੇ ਪਹਿਲਾਂ ਅਮਰੀਕਾ ਉਤਰਿਆ ਹੈ, ਅਕੋਰਡਿੰਗ ਟੂ ਰੈਗੂਲੇਸ਼ਨ ਉਹਨੇ ਪਹਿਲੇ ਅਮਰੀਕਾ ਵਿੱਚ ਅਸਾਈਲਮ ਫਾਈਲ ਕਰਨਾ ਹੈ, ਨਾ ਕਿ ਵੀ ਜੰਪ ਕਰਕੇ ਵੀ ਕੈਨੇਡਾ ਨੂੰ, ਕਿਉਂਕਿ ਦੇ ਆਰ ਸ਼ਾਪਿੰਗ, ਉਹ ਸ਼ਾਪਿੰਗ ਕਰਦੇ ਹੈ ਕਿ ਕਿੱਥੇ ਵਧੀਆ ਸੇਲ ਲੱਗੀ ਹੈ ਰੈਫਿਊਜੀ ਦੀ। ਅਮਰੀਕਾ ਲੱਗਦਾ ਹੈ ਕਿ ਵੀ ਉੱਥੇ ਜਿਹੜੇ ਕੋਈ ਰਾਜਨੀਤਿਕ ਮਾਹੌਲ ਠੀਕ ਨਹੀਂ, ਉਹਨੇ ਕਹਾਂਗੇ ਵੀ ਚਲੋ ਵੀ ਕੈਨੇਡਾ ਨੂੰ, ਚਲੋ ਉੱਥੇ ਹੈ। ਉਹਨਾਂ ਨੂੰ ਉੱਥੋਂ ਨਾਈਜੀਰੀਆ ਤੋਂ ਅਮਰੀਕਾ ਦਾ ਵੀਜ਼ਾ ਮਿਲ ਜਾਂਦਾ ਹੈ ਟੂਰਿਸਟ? ਸਰ ਜੀ ਕਿਸੇ ਨਾ ਕਿਸੇ ਤੋਂ ਮਿਲਿਆ ਤੇ ਆ ਰਹੇ ਆ, 100 ਵਿੱਚ ਅਗਰ 2-3 ਨੂੰ ਵੀ ਮਿਲ ਗਿਆ, 4 ਨੂੰ ਮਿਲ ਗਿਆ, ਤੇ ਚਾਰੋਂ ਕਹੇ ਵੀ ਚਲੋ ਆਪਾਂ ਤੋਂ ਕਰਨਾ ਨਿਊਯਾਰਕ ਬਫਲੋ ਵੀ ਟ੍ਰੇਨ ਫੜ ਕੇ ਉੱਧਰ ਨੂੰ ਕੈਨੇਡਾ ਨੂੰ, ਕਿਉਂਕਿ ਤੁਹਾਡੇ ਕੋਲ ਇੱਕ US ਆ ਕੇ ਇੱਕ ਬਾਰਡਰ ਨੂੰ ਟੈਪ ਕਰਨ ਦਾ ਇੱਕ ਤਰੀਕਾ ਖੁੱਲ ਗਿਆ ਤੇ ਤੁਸੀਂ ਉਸ ਚੀਜ਼ ਨੂੰ ਆਪਣਾ ਇਸਤੇਮਾਲ ਕਰ ਰਹੇ ਹੋ। ਪ੍ਰੋਬਲਮ ਤੇ ਸਾਨੂੰ ਹੋ ਰਹੀ ਨਾ, ਸਾਡੇ ਕੰਟਰੀ ਵਿੱਚ ਇੰਨੇ ਜ਼ਿਆਦਾ ਆ ਰਿਹਾ ਕਿ ਵੇਅਰ ਇਜ਼ ਦ ਮਨੀ ਤੇ ਵਾਟ ਇਜ਼ ਦ ਕੁਆਲੀਫਿਕੇਸ਼ਨ, ਅਸੀਂ ਕਿਸ ਤਰ੍ਹਾਂ ਦੇ ਇਮੀਗ੍ਰੈਂਟ ਨੂੰ ਇੱਥੇ ਟੈਪ ਕਰ ਰਹੇ ਹਾਂ। ਇਹ ਸਾਡੇ ਮੈਂਬਰ ਆਫ ਪਾਰਲੀਮੈਂਟ ਜਾਂ ਮਿਨਿਸਟਰ ਸਾਹਿਬ ਕੋਈ ਅਗਰ ਦੱਸਣਗੇ ਤੇ ਆਪਾਂ ਸਾਨੂੰ ਕੁਝ ਪਤਾ ਚੱਲੇਗਾ। ਜੀ ਸਾਡੇ ਨਾਲ ਬਹੁਤ ਸਾਰੇ ਸਰੋਤਾ ਜੁੜ ਚੁੱਕੇ हैं, फेसबुक पे गलबात हो रही है। हैरी मान पूछ रहे हैं स्कूलिंग वीजा, राजीव मेहता, रत्नाकर साहू, कुमार आशीष सिंह, तरुण सरीन, गोकर्णा निपुणे। हैरी मान पूछ रहे हैं कि स्कूलिंग वीजा की है। हैरी मान जी मैं कई बार वीडियो भी बनाई हुई है स्कूलिंग वीजा बारे। स्कूलिंग वीजा जो तुसी इंडिया पंजाब या पाकिस्तान किते सुनते हो, वो स्कूलिंग वीजा एक ड्रामा है। छोटे जो बच्चे नूं एडमिशन दे के लोगों नूं इस तरह का बहलाया गया कि भी असी एज अ पेरेंट भी तुहानूं भी पक्का कर देंगे, होना नहीं। बाकी स्कूलिंग वीजा तुसी इमीग्रेशन की वैबसाइट पर जाकर देख सकते हो कि व्हाट इज स्कूलिंग वीजा। अगर देखना है तो कोई अगर कोई लीगल सवाल है मेरे लिए तो जरूर पूछ सकते हो। अजय वर्मा जो जुड़ चुके हैं वो करना न्यू पुणे। अगर तुसी डायरैक्टली कॉल करना है, असी एडमिंटन फोन नंबर साडा डायरैक्टली है 0017804352762, ਉੱਥੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਹਾਂਜੀ ਬਿਲਕੁਲ। ਅੱਛਾ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸੀ ਜੀ ਵੀ ਦੇਖੋ ਇਹ ਸਰਕਾਰਾਂ ਜਿਹੜੀਆਂ ਨੇ ਜੇ ਅਮਰੀਕਾ ਵਾਲੇ ਰੋਕ ਰਹੇ ਨੇ ਤੇ ਕੈਨੇਡਾ ਵਾਲੇ ਵੀ ਜੇ ਰੋਕਣਾ ਚਾਹੁਣ ਤਾਂ ਜੀ ਰੋਕ ਸਕਦੇ ਆ, ਪਰ ਇਹਨਾਂ ਕੋਲ ਕੀ ਕੋਈ ਹਿਡਨ ਗੱਲਬਾਤ ਹੈ? ਇਹਨਾਂ ਨੂੰ ਦੀਦਾ ਵੀ ਇਸ ਦੇਸ਼ ਦੇ ਵਿੱਚ ਇਹਨਾਂ ਨੂੰ ਅਗਾਂਹ ਆਉਣ ਵਾਲੇ ਸਾਲਾਂ ਵਿੱਚ ਮੁਸ਼ਕਿਲ ਆ ਰਹੀ ਹੈ, ਇੱਥੇ ਆਬਾਦੀ ਘਟ ਰਹੀ ਹੈ ਸਰ ਜੀ? ਗੱਲ ਜਾਂ ਮਤਲਬ ਵੀ ਇੱਥੇ ਸੀਨੀਅਰ ਜ਼ਿਆਦਾ ਹੋ ਰਿਹਾ, ਟੈਕਸ ਪੇ ਕਰਨ ਵਾਲੇ ਬੰਦੇ ਘਟ ਰਹੇ ਆ, ਇਸ ਕਰਕੇ? ਦੇਖੋ ਗੱਲ ਇਦਾਂ ਹੈ ਕਿ ਜਿਹੜੀ ਤੁਸੀਂ ਪੁਆਇੰਟ ਲੈ ਰਹੇ ਆ ਨਾ ਕਿ ਵੀ ਇਮੀਗ੍ਰੇਸ਼ਨ ਇਸ ਕੰਟਰੀ ਦੀ ਇੱਕ ਪ੍ਰਾਇੋਰਟੀ ਹੈ, ਉਹਦਾ ਇੱਕ ਕੋਟਾ ਬਣਿਆ ਹੋਇਆ 3 ਲੱਖ ਇਮੀਗ੍ਰੈਂਟ ਅਸੀਂ ਪੱਕੇ ਕਰਨੇ ਹੀ ਕਰਨੇ ਆ ਹਰੇਕ ਸਾਲ। ਉਹਨਾਂ ਨੇ ਇੱਕ 1% ਆਫ ਦ ਟੋਟਲ ਪੋਪੂਲੇਸ਼ਨ ਇਹਨਾਂ ਨੇ ਕੋਟਾ ਫਿਕਸ ਕੀਤਾ ਹੈ। ਸਾਡੀ ਪੋਪੂਲੇਸ਼ਨ ਇਸ ਵਕਤ 33-34 ਮਿਲੀਅਨ ਹੈ। ਅਪਰੋਕਸੀਮੇਟਲੀ 1% ਉਹਨਾਂ ਨੇ ਫਿਕਸ ਕੀਤਾ ਕਿ ਵੀ ਇੰਨੇ ਲੈਣੇ ਜਸਟ ਟੂ ਐਡਜਸਟਮੈਂਟ ਹੋ ਜਾਏ, ਸੈਟਲਮੈਂਟ ਹੋ ਜਾਏ ਸੋਸਾਇਟੀ ਵਿੱਚ। ਮੇਰਾ ਸਵਾਲ ਇਹ ਹੈ ਕਿ ਵੀ ਜੋ ਤੁਸੀਂ ਕਿਹਾ ਨਾ ਕਿ ਵੀ ਅਗਾਂਹ ਨੂੰ ਕੀ ਕਿਸ ਤਰ੍ਹਾਂ ਸੀਨੀਅਰ ਜ਼ਿਆਦਾ ਹੋਣਗੇ, ਸਾਡੇ ਕੋਲ ਟੈਕਸ ਪੇਅਰ ਬੇਸ ਘਟੇਗਾ ਜੀ, ਪੋਪੂਲੇਸ਼ਨ ਨਹੀਂ ਹੈ ਜੀ, ਫਲਾਣਾ ਉਹ ਸਾਰੇ ਆਲਰੇਡੀ ਫਾਰਮੂਲਾ ਬਣਾ ਕੇ ਉਹਨਾਂ ਨੇ 1% ਦਾ ਕੋਟਾ ਫਿਕਸ ਕਰ ਲਿਆ ਹੈ ਆਲਰੇਡੀ। ਇਹ ਤੇ ਐਕਸੈਸ ਕੰਮ ਹੋ ਰਿਹਾ ਸਰ ਜੀ। ਇਹ ਤੇ ਇਹਨੂੰ ਇਹਨਾਂ ਨੇ ਕਿਹਾ ਹੈ ਕਿ ਇੱਕ ਤੇ ਹੁੰਦਾ ਅਰਾਈਵਲ, ਇਹਨਾਂ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਇਰਰੈਗੂਲਰ ਅਰਾਈਵਲ, ਜਿਹੜੇ ਕੁਝ ਪਤਾ ਹੀ ਨਹੀਂ ਹੈ ਕਿੱਥੋਂ ਆ ਰਹੇ ਜੀ, ਕੋਈ ਇਧਰ ਨੂੰ ਆ ਰਿਹਾ, ਕੋਈ ਉਧਰ ਨੂੰ ਆ ਰਿਹਾ, ਸਾਨੂੰ ਕੁਝ ਕੰਟਰੋਲ ਨਹੀਂ ਹੈ। ਤੁਸੀਂ ਆਪਣਾ ਘਰ ਬਣਾ ਲਓ, ਤੁਹਾਨੂੰ ਇਹ ਨਹੀਂ ਪਤਾ ਕਿ ਵੀ ਤੁਹਾਡਾ ਜਿਹੜਾ ਮੇਨ ਦਰਵਾਜ਼ਾ ਹੈ, ਮੇਨ ਦਰਵਾਜ਼ੇ ਕੁਝ ਹੋਰ ਆ ਰਿਹਾ, ਕੋਈ ਬਾਰੀ ਤੋਂ ਚੜ ਕੇ ਆ ਰਿਹਾ, ਕੋਈ ਰੂਫ ਤੋਂ ਟੱਪ ਕੇ ਆ ਰਿਹਾ, ਕੋਈ ਪਿੱਛੋਂ ਬੇਸਮੈਂਟ ਤੋਂ ਆ ਰਿਹਾ, ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਆ ਰਹੇ ਲੋਕ। ਤੁਸੀਂ ਕਹਿੰਦੇ ਆਉਣ ਦਿਓ ਜੀ, ਕੋਈ ਨਹੀਂ, ਆਉਣ ਦਿਓ ਤੇ ਉਹਨਾਂ ਦਾ ਕੀ ਇੱਥੇ ਕ੍ਰਾਈਮ ਦਾ ਸਿਲਸਿਲਾ ਹੋਏਗਾ, ਕਿੱਦਾਂ ਤੁਹਾਡਾ ਜਿਹੜਾ ਬਜਟ ਹੋਏਗਾ। ਐਂਡ ਇਟਸ ਮੈਨੂੰ ਤੇ ਸਮਝ ਨਹੀਂ ਆਉਂਦਾ ਕਿ ਵੀ ਕੋਈ ਹੈ ਜਵਾਬਦੇਹੀ, ਕੋਈ ਹੈ ਕਿਸੇ ਸਰਕਾਰ, ਕੋਈ ਨੁਮਾਇੰਦੇ ਦੀ ਕੋਈ ਹੈ ਤੇ ਆ ਕੇ ਜ਼ਰੂਰ ਦੱਸੇ।
ਹਾਂ ਕਿਉਂਕਿ ਜੀ ਜੇ ਇਸ ਤਰ੍ਹਾਂ ਨੰਬਰ ਇੰਨੇ ਜ਼ਿਆਦਾ ਆ ਰਹੇ ਔਰ ਉਹਦੇ ਤੇ ਸਰਕਾਰ ਵੱਲੋਂ ਖਰਚਾ ਕਾਫੀ ਹੋ ਰਿਹਾ ਤੇ ਉਹ ਸਰਕਾਰ ਦਾ ਡੈਫੀਸਿਟ ਤਾਂ ਅੱਗੇ ਹੀ ਵੱਧਦਾ ਤੁਰਿਆ ਜਾ ਰਿਹਾ ਜੀ ਔਰ ਲੋਕ ਜਿਹੜੇ ਨੇ ਚਿੰਤਤ ਹੋ ਰਿਹਾ ਵੀ ਡੈਟ ਜੇ ਇੰਨਾ ਵੱਧਦਾ ਬਿਲਕੁਲ ਤੇ ਉਹ ਕਰਜ਼ਾ ਕੌਣ ਲਾਏਗਾ। बिल्कुल बिल्कुल। अमनदीप सिंह बत्रा भी जुड़ चुके हैं, पता नहीं केड़ी जगह तो, लेकिन एक सवाल मैंने पूछ रहे हैं कि अगर किसी को वर्क परमिट है कैलगरी ਵਿੱਚ वर्क परमिट है तो किन्ने टाइम बाद वो PR अप्लाई करेगा। सर जी ये बहुत ही जेनरिक सवाल है, तुसी कैलगरी हो इस वक्त या किथे हो, पहले गल दसो। वर्क परमिट तो जनरल होंदा है, कैलगरी नाल कोई मतलब नहीं। अगर तो ऑलरेडी अल्बर्टा विच काम कर रहा है तो ANP लिए अप्लाई करके वो फिर PR लिए अप्लाई कर सकता है। अगर जनरली अगर ANP नहीं क्वालीफाई करता फिर तो जिस तरह एक्सप्रैस एंट्री विच पॉइंट के क्वालीफाई कर सकता है। अनलैस तुसी कॉल करके मैनू अगर पूरी इंफॉर्मेशन दसोगे तो मैं एक तुहाडा स्पेसिफिक आंसर दे सकदा। कॉल करना नंबर जिहड़ा है 7804352762। उथों तुसी इंडिया तो भी अगर दिल्ली तो अगर कॉल करना है तो 001 ला के डायरेक्टली कॉल कर सकते हो। साडे एडमिंटन शहर का इत्थे जिहड़ा कोड है 780 4352762। लखदीप सिंह अंटल भी जुड़ चुके हैं। सवाल अगर पूछना है तो जरूर पूछ सकते हैं। होर भी कोई संगा साहब दसो, होर तुहाडा होर कोई सवाल कोई इहदे बारे कोई इंटरेस्टिंग कोई नजरिया? नहीं जी ये तो मतलब बड़ी सिंपल जी गल है। मैंने पता बहुत सारे लोग इन्हां गल्लां ते चिंतित भी हुंदे आ, पर दूसरे पासे बहुत सारे लोग इस ताक विच भी बैठे हुंदे आ। है जे लोग नाइजीरिया तो आ रहे ते साडा भी किसी ना किसी तरह कोई इस तरह का प्रबंध बन सकदा। बिल्कुल बिल्कुल। कई लोग जिहड़े स्पेशली इंडिया या किसी होर कंट्री बैठे हैं जिहड़े कॉल करके पूछते हैं कि भाजी असी विजिटर वीजा साडे कोल आ गया है, असी हुण दसो कि रेफ्यूजी एप्लीकेशन पहला ही तैयार करके आई है, उत्थे तुसी कर दोगे मेरे लिए। निशाना तो है कि भाई असी विजिटर वीजा तो नहीं, असी क्योंकि लगता है कि बाहर चल पड़ी है जी रिफ्यूजी की, सो रिफ्यूजी की बहती गंगा च हाथ धो लेना। सो इस तरह का लोगों का एक इंप्रैशन है विच इज एब्सोल्युटली रॉन्ग। मैं कई बार मैं यूट्यूब पे वीडियो कहना रॉन्ग है तो लोग मैंने कमेंट करते हैं जी तुसी क्यों डिस्करेज कर दो सानू, नहीं क्यों नहीं तुसी ये कर दो बोलना। सो बट एंड आई नो इट्स रॉन्ग। लो हमारे पास कॉलर ने। हाँ जी, हेलो देश पंजाब। जी सत श्री अकाल गिल साहब, मेहरबानी जी, थैंक यू। हाँ जी ਬਈ ਜੇ ਪ੍ਰਧਾਨ ਮੰਤਰੀ ਜਾਂ ਕੋਈ ਉਹਨਾਂ ਦਾ ਬੰਦਾ ਹੋਵੇ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਕਿਵੇਂ ਆ ਰਿਹਾ ਇੱਥੇ ਥਰਡ ਕੰਟਰੀ ਚੋਂ। ਹਾਂਜੀ 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 ਜਿਹੜੇ ਆਪਣੇ ਆ ਰਹੇ ਆ ਕੁਬੈਕ ਜਾਂ ਮੈਨੀਟੋਬਾ ਚੋਂ। ਜੀ ਜੀ ਰਿਫਿਊਜੀਆਂ ਦੀ ਗੱਲ ਉਹ ਤੁਸੀਂ ਗੂਗਲ ਕਰ ਲਓ, ਉੱਥੋਂ ਜਿੱਦ ਬਣਾਏਗਾ। ਅੱਛਾ ਜੀ। ਜਿਹੜਾ ਲਾ ਇਹਨਾਂ ਨੇ ਬਣਾਇਆ ਕੁਝ ਸਮਾਂ ਪਹਿਲਾਂ, ਹਾਂਜੀ ਉਹਦੇ ਲੂਪਹੋਲ ਆ। ਹਾਂ ਉਹ ਕਰ ਲਓ, ਗੂਗਲ ਕਰ ਲਓ, ਹੁਣੇ ਉਹ ਮੈਕਸ ਬਣੀ ਉਹਨੂੰ ਕਲੋਜ਼ ਕਰਨਾ ਮੰਗਦਾ ਲੂਪਹੋਲ ਨੂੰ। अच्छा जी। वो कल परसों न्यूज़ भी आ रही है। सर जी लूपहोल ਨੂੰ ਉਹ ਮਤ ਰਹੇ ਮੈਨੂੰ ਪਤਾ ਹੈ ਸਰ ਜੀ ਲੂਪਹੋਲ ਕੀ ਹੈ, ਉਹਦੇ ਬਾਰੇ ਮੈਂ ਜ਼ਿਕਰ ਕਰ ਚੁੱਕਿਆ 2 ਮਿੰਟ ਪਹਿਲਾਂ। ਉਹਨੂੰ ਇਹਦਾ ਐਕਸਪ੍ਰੈਸ਼ਨ ਹੈ STCA, ਸੇਫ ਥਰਡ ਕੰਟਰੀ ਐਗਰੀਮੈਂਟ। ਹਾਂਜੀ ਸੇਫ ਥਰਡ ਕੰਟਰੀ ਐਗਰੀਮੈਂਟ ਹੈ ਉਹਦਾ ਨਾਮ। ਉਹ ਤਾਂ ਹੈਗਾ ਹਾਂ, ਪਰ ਉਹਦੇ ਵਿੱਚ ਕੋਈ ਲੂਪਹੋਲ ਆ नहीं। लूपहोल सिर्फ इतना ही है कि अगर ते तुहाडे कोल वीजा है US का फिर तुसी इत्थे रेफ्यूजी कर 3-4 ਉਹਦੇ लूपहोल्स हैं सारे। एक तो है कि अगर ऑलरेडी वीजा है तो फिर कर सकते हो। एक बार एंटर कर गए तुसी, जिस तरह हुण अगर बॉर्डर ते क्रॉस करके एक बार कैनेडा की धरती ते आ गए फिर तो कोई भी इंसान कर सकता है। फिर वो कहते आई एम नॉट इन अमेरिका, मैं तो इत्थे आ गया हूं। सो एक और चीज है। तीसरा एक और इस तरह है कि जिनके को अगर वीजा भी नहीं है, पासपोर्ट भी पाए नहीं है, अगर उन्होंने कोई रिश्तेदार कोई रिलेटिव ऑलरेडी रह रहा है, वो कहते जी तुहाडा रिश्तेदार है भी यू आर एलिजिबल टू अप्लाई। मतलब कि कोई इस इन्ने ज्यादा ਉਹਦੇ ਵਿੱਚ ਲੂਪ ਤੁਸੀਂ ਇੱਕ ਲੂਪਹੋਲ ਮੈਂ ਕਹਿੰਗਾ ਵੀ ਪੂਰੀ ਬੇੜੀ ਵਿੱਚ ਤੇ ਉਹਦੇ 6 ਹੀ 6 ਦੇ ਸਾਰੇ। मतलब वो किਤੇ टिक ही नहीं सकती। हर एक इंसान ਜਿਹੜਾ क्रॉस कर रहा है मतलब दे कैन अप्लाई फॉर रिफ्यूजी। कोई है ही नहीं ਜਿਹਨੂੰ ਕਹਿੰਦੇ ਕਿ ਵੀ ਤੁਸੀਂ ਨਹੀਂ ਕਰ ਸਕਦੇ, ਤੁਸੀਂ ਵਾਪਸ ਜਾਓ। ਮੈਂ ਤਾਂ ਮੇਨ ਤਾਂ ਇੱਕੋ ਹੀ ਆ, ਉਹ ਜਿਹੜੀ ਉਹਨਾਂ ਨੇ ਉਹ ਦੇ ਵਾਂਟ ਕਲੋਜ਼ ਹੈ। ਉਹ ਸਰ ਜੀ ਕਲੋਜ਼ ਬਾਰਡਰ ਤੇ ਆ ਕੇ ਉੱਥੋਂ ਲੈਂਡ ਕਰਕੇ ਰਿਫਿਊਜੀ ਡਿਕਲੇਅਰ ਕਰਦੇ ਆ ਉਹ। ਹਾਂ ਉਸ ਲੂਪਹੋਲ ਨੂੰ ਕੰਜ਼ਰਵੇਟਿਵ ਜਿਹੜਾ ਹੈ ਤਾਂ ਵੈਕਸੀਨ ਫੜਨੀ ਹੈ ਉਹਦਾ ਬਿਆਨ ਜੀ ਜੀ ਕਿਉਂਕਿ 3 ਦਿਨ ਦੀ ਨਿਊਜ਼ ਆ ਰਹੀ ਹੈ, ਉਹ ਕੰਜ਼ਰਵੇਟਿਵ ਕਹਿੰਦੇ ਆ ਵੀ ਉਹ ਲੂਪਹੋਲ ਨੂੰ ਕਲੋਜ਼ ਕੀਤਾ ਜਾਵੇ। ਕਿਉਂਕਿ ਉਹ ਜਦੋਂ
ਜਦੋਂ ਆਪਣੇ ਇਹ ਟਰੰਪ ਸਾਹਿਬ ਪਾਵਰ ਚ ਆਏ ਆ ਪਿਛਲੇ ਸਾਲ, ਹਾਂਜੀ, ਤਾਂ ਵੀ ਉਹ ਵੀ ਅਸੀਂ ਵੀ ਵੈਲਕਮ ਦੋਸ ਪੀਪਲ ਹੈ ਨਾ, ਹਾਂਜੀ ਹਾਂਜੀ, ਪ੍ਰੋਸੀਕਿਊਸ਼ਨ ਜਾਂ ਹੋਰ ਜਿਹੜੀ ਸਿਚੁਏਸ਼ਨ ਆ ਹੈ ਨਾ, ਵੀ ਵੈਲਕਮ ਦੋਸ। ਤੇ ਉੱਥੇ ਹੁਣ ਅਮਰੀਕਾ ਚ ਆਈ ਡੋਂਟ ਪ੍ਰੋਲਾਂਗ ਦ ਡਿਸਕਸ਼ਨ, ਜੇ ਤੁਸੀਂ ਇੱਕ ਹੋਰ ਗੱਲ ਗੂਗਲ ਕਰੋ ਕਿ ਟਰੰਪ ਕੌਣ ਵਾਲੇ ਬਕਵਾਸ ਕਰਦੇ ਹਨ, ਸੁੱਤੇ ਬੰਦੇ ਆ, ਜਿਹੜੀ ਲਿਬਰਟੀ ਸਟੈਚੂ ਆਫ ਲਿਬਰਟੀ ਰਹਿ ਰਹੀ ਹੈ ਨਾ ਉੱਥੇ ਜੀ, ਉਹ ਤੇ ਬੜਾ ਕੀ ਲਿਖਿਆ ਹੈ, ਉਹ ਕਰੋ ਗੂਗਲ ਕੀ ਲਿਖਿਆ ਉੱਥੇ, ਅੱਛਾ, give me all your refuge, ਇਹਨਾਂ ਮੈਨੂੰ ਭੁੱਲ ਰਿਹਾ ਲੱਗ ਵੀ ਜਿਹੜੇ ਤੇਰੇ ਡਰਾਊਟ ਰੋਟਨ ਦਾ, ਹਾਂ ਉਹਨਾਂ ਨੂੰ ਸਾਰੇ ਆ ਜਾਓ, ਵੈਲਕਮ ਦੋਦਾ, ਹਾਂ ਸਾਰੇ ਨੂੰ ਵੈਲਕਮ ਕਰ ਰਹੇ, ਜੋ ਵੀ ਕੁਝ ਹੈ, ਕੋਈ ਬੇਸਹਾਰਾ ਕੋਈ ਹੈ, ਕੁਝ ਵੀ ਆ ਜਾਓ ਸਾਰੇ। ਤੇ ਤੀਜੀ ਗੱਲ ਇਹ ਹੈ ਵੀ ਤੁਸੀਂ ਕਹਿੰਦੇ ਹੋ ਵੀ ਇੰਨੇ ਬੰਦੇ ਆਈ ਜਾਂਦੇ ਆ, ਸਟੂਡੈਂਟ ਆਈ ਜਾਂਦੇ ਆ, ਸੈਕਟਰੀ ਆ ਜੀ ਉਹ ਬਈ ਉਹ ਅਬਿਊਜ਼ ਕਰਦੇ ਆ। ਦੇਖੋ ਗੱਲ ਇਹ ਆ, ਇਹ ਜੌਨ ਮਕਲਮ ਦੀ ਸਟੇਟਮੈਂਟ ਸੀ ਜਦੋਂ ਉਹ ਇਮੀਗ੍ਰੇਸ਼ਨ ਮਿਨਿਸਟਰ ਸੀਗਾ। ਉਹ ਕਹਿੰਦਾ ਵੀ ਇਹ ਸਾਨੂੰ ਰੈਡੀਮੇਡ ਮਿਲ ਰਿਹਾ ਬੰਦੇ। ਅੱਛਾ ਸਾਨੂੰ ਪਾਲਣੇ ਨਹੀਂ ਪੈਂਦੇ। ਦੇਖੋ ਉਹ ਇੱਕ ਤਾਂ ਉਹਨਾਂ ਕੋਲੇ ਜਦੋਂ ਇੱਥੇ ਪੜ੍ਹਨ ਜਾਂਦਾ ਬੱਚਾ ਆਉਂਦਾ ਹੈ, ਉਹ ਜਿਹੜਾ ਤਾਂ ਆਉਂਦਾ ਆਪਾਂ ਕਹਿੰਦੇ ਆ ਵੀ ਸਭ ਛੋਟਾ ਹੁੰਦਾ, ਗਵਾਡੀ ਮੁੱਲੇ ਜੋ ਲੋਕ ਆਉਂਦੇ ਉਹਨਾਂ ਨੂੰ, ਰਾਈਟ ਜੀ, ਹੈਲਪਿੰਗ ਦੇਅਰ ਰਿਲੇਟਿਵਸ ਔਰ ਵਟਐਵਰ, ਰਾਈਟ, ਵੀ ਉਹਨਾਂ ਦੀ ਕਿਸੇ ਦੀ ਮਦਦ ਹੋ ਜੇ, ਉਹ ਆਪਾਂ ਡਿਨਾਈ ਨਹੀਂ ਕਰਦੇ ਜੀ। ਪਰ ਉਹ ਬੱਚਾ ਜਦੋਂ ਇੱਥੇ ਕਲਚਰ ਚ ਜੰਮਦਾ, ਪੜ੍ਹਦਾ, ਡਿਪਲੋਮਾ ਕਰਦਾ, ਵਟਐਵਰ, ਰਾਈਟ, ਇੰਗਲਿਸ਼ ਲੈਂਗੁਏਜ ਸਕਿੱਲ, ਹੀ ਇਜ਼ ਆਲਰੇਡੀ ਇਨ ਦਾ ਸਿਸਟਮ। ਉਹ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਇੱਥੇ ਐਸਿਮੀਲੇਸ਼ਨ ਹੋ ਜੀ। ਇਵੇਂ ਜੇ ਕੋਈ ਜਿਹੜੇ ਹੁਣ ਬੱਚੇ ਇੱਥੇ ਗ੍ਰੈਜੂਏਟ ਕਰਾਉਂਦੇ ਆ, ਇਹ ਠੀਕ ਆ ਵੀ ਜਿਹੜੇ ਆਪਾਂ ਟਰਬਲ ਬੱਚੇ ਟਰਬਲ ਮੇਕਰ ਜਿਵੇਂ ਉਹ ਵੀ ਉੱਥੇ ਨੰਟਾਰੀ ਚ ਹੋਇਆ ਸੀਗਾ, ਹੋਰ ਥਾਂ ਵੀ ਬੱਚੇ ਗਲਤੀਆਂ ਕਰ ਰਹੇ ਆ। ਜਦੋਂ ਹੁਣ 1,30,000 ਬੱਚਾ ਇੰਡੀਆ ਤੋਂ ਆ, 1,40,000 ਹੈਗਾ ਚਾਈਨਾ ਤੋਂ, ਉਹਦੇ ਚ ਬੈਡ ਐਪਲ ਥੋੜੇ ਹੋਣੇ ਆ, ਪਰ ਮੈਜੋਰਿਟੀ ਉਹ ਜਿਹੜੇ ਬੱਚੇ ਆ, ਵਾਸਟ ਮੈਜੋਰਿਟੀ, they are moving forward, doing diploma, ਜਾਂ ਠੀਕ ਆ ਉਹਨਾਂ ਦਾ ਚਾਹੇ ਜਿਹੜਾ ਅਲਟੀਮੇਟ ਹੈਗਾ ਮੋਟੋ ਹੋਈ ਆ ਪੱਕੇ ਹੋਣਾ ਚਾਹੀਦਾ। ਨਹੀਂ ਉਹ ਤਾਂ ਇਹ ਗੌਰਮੈਂਟ ਵੀ ਚਾਹੁੰਦੀ ਆ ਵੀ ਜੇ ਉਹ ਪੜ੍ਹਦੇ ਲਿਖਦੇ ਆ ਤੇ ਪੜ੍ਹ ਲਿਖ ਕੇ ਅਗਰ ਉਹ ਮਤਲਬ ਸੁਸਾਇਟੀ ਦਾ ਹਿੱਸਾ ਬਣ ਸਕਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਲਓ ਵੀ ਬੱਚਿਆਂ ਨੇ ਪੜ੍ਹ ਕੇ ਇੱਥੇ ਆਹ ਗੱਲਬਾਤ ਕੀਤੀ ਆ, ਤੇ ਉਹ ਤਾਂ ਉਹਨਾਂ ਨੂੰ ਚਾਹੁੰਦੇ ਆ। ਦੈਟਸ ਵਾਈ ਦੇ ਆਰ ਆਸਕਿੰਗ ਦੈਮ ਕਿ ਤੁਸੀਂ ਆਓ ਇੱਥੇ, ਨਾਲੇ ਤਾਂ ਉਹ ਪੈਸਾ ਖਰਚਦੇ ਆ ਪਹਿਲਾਂ ਪੜ੍ਹਾਈ ਲਿਖਾਈ ਤੇ, ਸਕੂਲ ਕਾਲਜ ਚੱਲਦੇ ਨੇ, ਉਹ ਤਾਂ ਜੀ ਉਹਨਾਂ ਨੂੰ ਤਾਂ ਉਹ ਸਰਕਾਰ ਮੇਰੇ ਖਿਆਲ ਭਾਲਦੀ ਆ। ਪਰ ਜਿਹੜੇ ਹੁਣ ਬਹੁਤ ਸਾਰੇ ਬੰਦੇ ਜਿਵੇਂ ਹੁਣ ਜਿਹੜੇ ਰਿਫਿਊਜੀ ਦੀ ਗੱਲ ਕਰ ਰਹੇ ਵੀ ਜਿਵੇਂ ਹੁਣ ਬੰਦਿਆਂ ਨੇ ਆ ਕੇ ਕਿਹਾ ਜੀ ਵੀ ਰਿਫਿਊਜੀ ਉੱਧਰਲੇ ਨਾਈਜੀਰੀਆ ਤੋਂ ਆ ਰਹੇ ਨੇ, ਹੁਣ ਜਿਹੜੇ ਮਤਲਬ ਉਹਨਾਂ ਨੇ ਗੱਲ ਕੀਤੀ ਹੈ ਵੀ ਉਹ ਨਾਈਜੀਰੀਆ ਦਾ ਨਾਮ ਉਰੇ ਆ ਰਿਹਾ, ਮਤਲਬ ਉਹ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਵੀ ਮਤਲਬ ਤੁਹਾਨੂੰ ਪਲੇ ਪਲਾਏ ਲੋਕ ਮਿਲਦੇ ਆ ਹੱਟੇ ਘੱਟੇ ਕੰਮ ਕਰਨ ਲਈ, ਪਰ ਉਹ ਜਿਹੜੀ ਹੁਣ ਪ੍ਰੋਬਲਮ ਖੜੀ ਹੋ ਰਹੀ ਹੈ ਗਿੱਲ ਸਾਹਿਬ, ਉਹ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਕਿ ਗਾਹਾਂ ਕੰਮਕਾਰ ਕਰਨ ਵਾਲੇ ਜਿਹੜਾ ਸਿਲਸਿਲਾ ਹੈਗਾ ਉਹ ਬਿਲਕੁਲ ਹੀ ਵੱਖਰਾ ਹੋ ਰਿਹਾ? ਮਤਲਬ ਜਿਹੜੀ ਆਪਾਂ ਕਹਿੰਦੇ ਸੀ ਨਾ ਲੇਬਰ ਜਿਹੜੀ ਸੀਗੀ ਉਹ ਐਲੀਮੀਨੇਟ ਹੋ ਰਹੀ ਆ। ਹਾਂ ਰਾਈਟ। ਉਹ ਦੇਖੋ ਜਿਹੜੇ ਇਹਨਾਂ ਮੁਲਕਾਂ ਨੇ ਯੂਨਾਈਟਿਡ ਨੇਸ਼ਨ ਦਾ ਉਹ ਸਾਈਨ ਕੀਤਾ ਹੋਈ ਆ ਕਨਵੈਨਸ਼ਨ, ਜਿਹੜੇ ਵੈਸਟਰਨ ਕੰਟਰੀਆਂ ਨਾ, ਉਹ ਇਹਨਾਂ ਮੁਲਕਾਂ ਨੇ ਸਾਈਨ ਕੀਤਾ ਹੋਇਆ ਵੀ ਅਸੀਂ ਲਵਾਂਗੇ, ਇਹ ਉਹਦਾ ਕੁੱਟਾ ਰੱਖਦੇ ਆ, ਇਹ ਉਹਦੇ ਚ ਫਲੈਕਸੀਬਿਲਿਟੀ ਵੀ ਇਹਨਾਂ ਕੋਲ ਹੈਗੀ ਆ। ਹੁਣ ਆਪਾਂ ਅੱਗੇ ਪੜ੍ਹਿਆ ਵੀ ਜਰਮਨੀ ਨੇ 1 ਮਿਲੀਅਨ ਲਿਆ ਸੀਰੀਆ ਦਾ, ਤੇ ਜਿਹੜਾ ਅਮਰੀਕਾ ਵਾਲਿਆਂ ਨੇ ਉਹਨਾਂ ਨੇ 2 ਲੱਖ ਲਿਆ, ਉਹ ਟੱਪੀ ਜਾਂਦੇ ਆ, ਠੀਕ ਹੈ ਨਾ। ਤੇ ਉਹ ਜਰਮਨੀ ਨੇ 1 ਮਿਲੀਅਨ ਮਾਰਿਆ ਉੱਥੇ, ਛੋਟਾ ਕੰਟਰੀ ਹੈ, ਬਿਲਕੁਲ ਠੀਕ ਹੈ ਨਾ। ਇਹ ਜਿਹੜਾ ਦੇਖੋ ਇਹ ਡਰ ਵਾ ਨਾ ਜ਼ਿਆਦਾ, ਇਸੇ ਗੱਲ ਨੂੰ ਵਧਾ ਚੜਾ ਕੇ ਵੇਚਦਾ ਰਿਹਾ। ਇਹ ਗੱਲ ਕੋਈ ਸ਼ੱਕ ਨਹੀਂ ਹੈ ਵੀ ਜਿਹੜਾ ਉਹਨਾਂ ਦੀ ਐਂਟਰੀ ਆ ਉਹ ਕਈ ਗੁਣਾ ਵੱਧ ਗਈ ਆ, ਮੈਨੀਟੋਬਾ ਚ ਵੀ ਤੇ ਕੁਬੈਕ ਚ ਵੀ। ਜਿਹੜਾ ਹੁਣ ਪੈਲੇਸਟਰ ਸੀਗਾ ਤਾਂ ਉਹ ਸਿਟੀ ਦੇ ਕੁਐਸਚਨ ਪੀਰੀਅਡ ਸੀਗਾ, ਜਿਹੜਾ ਉਹਦਾ ਪ੍ਰੀਮੀਅਰ ਆ ਮੈਨੀਟੋਬਾ ਦਾ, ਉਹ ਕਹਿੰਦਾ ਵੀ ਇੱਕ ਨਰਸ ਨਾਲ ਗੱਲ ਕੀਤੀ ਆ, ਐਂਡ ਹੀ ਵਾਸ ਵੈਰੀ ਅਕੋਮੋਡੇਟਿੰਗ। ਕਹਿੰਦਾ ਵੀ ਸਾਡਾ ਜਿਹੜਾ ਫਲੋ ਘੱਟ ਚੁੱਕਿਆ ਸੀ ਨਾਲੋਂ, ਪਹਿਲੇ ਸਾਲਾਂ ਨਾਲ ਹਲੇ ਵੀ ਵੱਧਦਾ, ਪਰ ਜਿਹੜਾ ਲਾਸਟ ਈਅਰ ਸੀ ਉਹਦੇ ਨਾਲ ਕਾਫੀ ਘੱਟ। ਉਹ ਬੰਦਾ ਕੰਜ਼ਰਵੇਟਿਵ,
ਮੇਰਾ ਕਹਿਣ ਦਾ ਮਤਲਬ ਆ ਵੀ ਗਵਰਨਮੈਂਟ ਉਹ ਹੁਣ ਇਹ ਸਿਚੁਏਸ਼ਨ ਦਾ ਜਦੋਂ ਤੁਸੀਂ ਇੱਕ ਵਾਰ ਉਹ ਪ੍ਰਾਈਮ ਮਿਨਿਸਟਰ ਕਹਿ ਬੈਠਾ ਜੀ they can just close the door just like that. ਬਾਕੀ ਉਹਨਾਂ ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਦੇ ਆਪੋ ਆਪਣੇ ਐਂਗਲ ਆ। ਤੁਹਾਨੂੰ ਗਿੱਲ ਸਾਹਿਬ ਵੀ ਲੱਗਦਾ ਵੀ ਜਿਵੇਂ ਹੁਣ ਗਾਹਾਂ ਇਲੈਕਸ਼ਨਾਂ ਆਉਣੀਆਂ 2019 ਦੇ ਵਿੱਚ ਉਹਦੇ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਰਹੇਗਾ ਇਹਨਾਂ ਦੇ ਮਤਲਬ ਲਿਬਰਲ ਪਾਰਟੀ ਤੇ ਇਸ ਗੱਲ ਦਾ? ਦੇਖੋ ਇਹ ਜਿਵੇਂ ਹੁਣ ਡੈਕਫੋਰਡ ਉੱਥੇ ਹੈਗਾ ਜਾਰੀ ਚ ਆਪਣੇ ਇੱਥੇ ਜਿਸਮ ਕਹਿਣੀ ਆ ਰਿਹਾ it could have some adverse effect on their party. ਮੇਰੇ ਖਿਆਲ ਇੱਕ ਹੋਰ ਵੀ ਆਰਟੀਕਲ ਸਸਟੇਨ ਕਰ ਰਹੀ ਹੈ, ਹਾਂਜੀ ਵਧੀਆ ਚੱਲ ਰਹੀ ਹੈ ਤੇ ਫੇਰ ਕਿਉਂਕਿ ਜਿਹੜਾ ਹੁਣ ਤੁਸੀਂ ਦੇਖੋਗੇ ਮੈਟਰੋ ਟੋਰਾਂਟੋ ਇੰਨਾ ਜ਼ਿਆਦਾ ਡਾਈਵਰਸ ਹੋ ਚੁੱਕਿਆ ਜੀ, ਅਨਬਲੀਵੇਬਲ। ਜੋ ਤੁਸੀਂ ਗਏ ਹੋਵੋਗੇ ਲੇਟਲੀ ਜਾਂ ਨਹੀਂ ਮੈਨੂੰ ਤੁਸੀਂ ਕਹਿੰਦੇ ਹੋ ਜੀ ਹਾਂ ਉਹ ਜਿਹੜਾ ਹੈ ਨਾ ਮੈਂ ਉਹ ਇਹ ਨਹੀਂ ਇਕੱਲੇ ਕੋਈ ਹਿੰਦੁਸਤਾਨੀ ਆ ਜਾਂ ਪਾਕਿਸਤਾਨੀ ਆ, ਉਹ ਤਾਂ ਦੁਨੀਆ ਭਰ ਦਾ ਬੰਦਾ ਹੈ ਰਾਈਟ। ਤੇ ਉਹ ਹੁਣ ਇਵੇਂ ਜੇ ਕੋਈ ਮੈਟਰੋ ਹੈਗਾ ਆਪਣੇ ਵੈਨਕੂਵਰ, ਸਹੀ ਗੱਲ ਹੈ, ਇਹ ਇਵੇਂ ਜੇ ਕੋਈ ਹੁਣ ਕੈਲਗਰੀ, ਇਸੇ ਤਰੀਕੇ ਨਾਲ ਜਿਹੜਾ ਐਡਵੈਂਚਰ ਪ੍ਰੋਗਰੈਸ ਹੋ ਰਿਹਾ ਡਾਈਵਰਟ ਹੋ ਰਿਹਾ ਤੇ ਮੌਂਟਰੀਅਲ ਵਾਲੇ ਮੈਨੂੰ ਬੜਾ ਗਿਆਨ ਨਹੀਂ ਮਿਲ ਲੱਗਦਾ ਉਹ ਵੀ ਹੋ ਸਕਦਾ ਇਸੇ ਤਰੀਕੇ ਨਾਲ ਹੀ ਹੋਊਗਾ। ਤੇ ਜਿਹੜੀ ਇਹ ਨਾ ਰਾਈਟ ਵਿੰਗ ਬੰਦੇ ਹੈਗੇ ਨੇ ਜ਼ਿਆਦਾ ਡਰਾਉਂਦੇ ਆ ਲੋਕਾਂ ਨੂੰ, ਇਹ 2 ਕਦਮ ਨਾਲ ਹੋਣਗੇ ਮੈਨੂੰ ਲੱਗਦਾ ਇਹਨਾਂ ਦਾ ਫਿਰ ਉਹ ਹਾਲਤ ਕਾਫੀ ਜਬਾਏ ਗੱਲ ਕਰਨਗੇ। ਮੇਰੇ ਖਿਆਲ ਕਿ ਕੱਲ ਤੁਸੀਂ ਸ਼ਾਇਦ CBC 'ਚ ਵੀ ਇੱਕ ਇਸ ਤਰ੍ਹਾਂ ਦਾ ਆਰਟੀਕਲ ਲੱਗਾ ਸੀ, ਉਹ ਕਹਿੰਦੇ ਜੀ ਵੀ ਇਹ ਜਿਹੜੀ ਇਮੀਗ੍ਰੇਸ਼ਨ ਦੀ ਡਿਬੇਟ ਹੈਗੀ ਆ ਵੀ ਹਜੇ ਤਾਈਂ ਤਾਂ ਅਗਲੀ ਨਹੀਂ ਹੋਈ, ਪਰ ਉਹ ਕਹਿੰਦੇ ਹੋ ਸਕਦੀ ਆ। ਹਾਂ ਇਸ ਕੋਲ ਸ਼ੱਕ ਹੀ ਨਹੀਂ ਹੈ ਕਿਉਂਕਿ ਜੇ ਕੋਈ ਬੰਦਾ ਹਲੇ ਤਾਂ ਜਿਹੜਾ ਇਹ ਐਂਡਰੂ ਸ਼ੀਅਰ ਆ ਉਹਨੂੰ ਵੀ ਪਤਾ ਵੀ ਇਲੈਕਸ਼ਨ ਕਾਮਯਾਬ ਹੋਣ ਦੇ ਲਈ ਆਈ ਹੈਵ ਟੂ ਹੈਵ ਅ ਬੈਲੈਂਸ ਅਪਰੋਚ ਜੀ। ਇੱਕ ਕਦੇ ਚਿੱਟਿਆਂ ਦੇ ਸਰਦੇ ਇਲੈਕਸ਼ਨ ਨਹੀਂ ਲੜਨੇ ਜਿਹੜੇ ਪਿੰਡਾਂ ਦੇ ਚਿੱਟੇ ਆ ਨਾ, ਕਿਉਂਕਿ ਸ਼ਹਿਰਾਂ ਦੇ ਹੈ ਨਾ ਅੱਜ ਕੱਲ੍ਹ ਕਾਸਮੋਪੋਲੀਟਨ ਮੁੰਡੇ ਯੰਗ ਬੱਚੇ ਆ ਜੀ ਉਹ ਆਪਣੇ ਬੱਚਿਆਂ ਨਾਲ ਸਕੂਲ ਜਾਂਦੇ ਆ, ਕਾਲਜ ਜਾਂਦੇ ਆ, ਬਿਲਕੁਲ ਉਹ ਬੜੇ ਰਲੇ ਮਿਲੇ ਹੋਏ ਆ ਤੋ ਉਹਨਾਂ ਨੂੰ ਕਰਦੇ ਆ ਸ਼ੇਅਰ ਹੋਣੀ ਹੋ। ਐਨੀਵੇ ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰ, ਥੈਂਕ ਯੂ। ਮੇਰਾ ਤਾਂ ਸਿਰਫ ਕੋਈ ਇਹਦੇ ਵਿੱਚ ਕੰਟਰੀਬਿਊਸ਼ਨ ਇਹ ਹੈ ਕਿ ਅਗਰ ਤੇ ਕੋਈ ਵੀ ਮੰਤਰੀ ਜਾਂ ਕੋਈ ਵੀ ਮੈਂਬਰ ਆਫ ਪਾਰਲੀਮੈਂਟ ਇਹ ਕਹਿ ਰਿਹਾ ਕਿ ਵੀ ਸਾਨੂੰ ਪਲੇ ਪਲਾਏ ਤਿਆਰ ਬੰਦੇ ਮਿਲ ਰਹੇ ਹੈ ਤੇ ਤੁਸੀਂ ਫਿਰ ਜਿੱਦਾਂ ਅਗਰ ਤੁਸੀਂ 3 ਲੱਖ ਸਟੂਡੈਂਟ ਲੈ ਰਹੇ ਹੋ, ਅਗਰ ਹਰੇਕ ਸਾਲ ਤੁਸੀਂ 3 ਲੱਖ ਕੀ ਤੁਸੀਂ 6 ਲੱਖ ਸਟੂਡੈਂਟ ਲੈ ਲਓ, ਤੁਹਾਨੂੰ ਬਣੇ ਬਣਾਏ ਸਟੂਡੈਂਟ ਹੋਰ ਮਿਲ ਜਾਣਗੇ। ਜੋ ਐਕਸਪ੍ਰੈਸ ਐਂਟਰੀ ਹੈ ਜਿਹਦੇ ਵਿੱਚ ਬਿਲਕੁਲ ਤਿਆਰ ਮਿਲਦੇ ਹੈ, ਜਿਹਨਾਂ ਕੋਲ ਪੁਆਇੰਟ ਹੈ, ਇੰਗਲਿਸ਼ ਹੈ, ਸਭ ਹੈ, ਤੁਸੀਂ 70,000 75,000 ਐਕਸਪ੍ਰੈਸ ਐਂਟਰੀ ਅੱਜ ਕੱਲ੍ਹ ਤੁਸੀਂ PR ਦੇ ਦਿਓ, ਤੁਸੀਂ ਉਹਨੂੰ ਡਬਲ ਕਰ ਦਿਓ, 1.5 ਲੱਖ ਉੱਥੋਂ ਲੈ ਲਓ। ਤੁਸੀਂ ਹਜ਼ਾਰਾਂ ਲੱਖੋਂ ਸੌਫਟਵੇਅਰ ਇੰਜੀਨੀਅਰ, ਆਰਕੀਟੈਕਟ, ਅਕਾਊਂਟੈਂਟ, MBA ਹਰ ਇੱਕ ਕੰਟਰੀ 'ਚ ਤਿਆਰ ਬੈਠੇ ਹੈ ਕਿ ਸਾਡਾ ਪੁਆਇੰਟ ਸਿਸਟਮ ਵਿੱਚ ਨਾਮ ਆਏ ਤੇ ਅਸੀਂ ਕੈਨੇਡਾ ਨੂੰ ਜਾਈਏ। ਤੁਸੀਂ ਰੈਫਿਊਜੀ ਨੂੰ ਬੰਦ ਕਰਕੇ ਤੁਸੀਂ ਹੋਰ ਲੈ ਲਓ। ਅਗਰ ਜੇ ਪੋਪੂਲੇਸ਼ਨ ਨੂੰ ਇਨਕਰੀਜ਼ ਕਰਨਾ ਹੈ, ਵਾਈ ਰੈਫਿਊਜੀ ਨਹੀਂ, ਪਰ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਨਾ ਵੀ ਜਿਹੜਾ ਉਹ ਉਹਨਾਂ ਨੇ ਐਗਰੀਮੈਂਟ ਸਾਈਨ ਕੀਤਾ ਹਾਂ ਤੇ ਉਹ ਐਗਰੀਮੈਂਟ ਗਲਤ ਹੈ ਨਾ ਸਰ ਜੀ। ਉਹ that was signed in 1951 ਨਹੀਂ, ਉਹ ਆਪਾਂ ਗਲਤ ਤਾਂ ਨਹੀਂ ਕਹਿ ਸਕਦੇ। ਇਹਦੇ 'ਚ ਮੈਂ ਥੋੜਾ ਜਿਹਾ ਤੁਹਾਡੇ ਨਾਲੋਂ ਮੇਰੇ ਵਖਰੇਵਾਂ ਹੋਏਗਾ ਵਿਚਾਰਾਂ ਦਾ, ਕਿਉਂਕਿ ਕਹਾਣੀ ਇਹ ਹੁੰਦੀ ਆ ਅਮਰਜੋਤ ਜੀ ਕਿ ਜਿਹੜਾ ਨਾ ਰੈਫਿਊਜੀ ਕਿਸੇ ਦੇਖੋ ਜੈਨੂਅਨ ਰੈਫਿਊਜੀ ਮੈਂ ਗੱਲ ਕਰਦਾ, ਜਦੋਂ ਕਿਤੇ ਵੀ ਕੋਈ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਪੈਣਾ ਪੈ ਜਾਵੇ ਨਾ ਤੇ ਉਹ ਫਿਰ ਉਹ ਤਿਣਕੇ ਦਾ ਸਹਾਰਾ ਲੱਭਦਾ ਵੀ ਦੁਨੀਆ 'ਚ ਕਿੱਥੇ ਜਾਵਾਂ। ਉਸ ਹਾਲਾਤ ਦੇ ਵਿੱਚ ਉੱਪਰ ਵਾਲਾ ਕਿਸੇ ਨੂੰ ਪਾਵੇ ਨਾ, ਪਰ ਜੇ ਇਸ ਤਰ੍ਹਾਂ ਦੇ ਸਰਕਾਰਾਂ ਦੇ ਕੰਮ ਕਰਨ ਦੇ ਅੱਜ ਕੱਲ੍ਹ ਢੰਗ ਤਰੀਕੇ ਆਪਾਂ ਦੇਖ ਰਹੇ ਹਾਂ ਦੁਨੀਆ ਭਰ ਦੇ ਵਿੱਚ, ਹਾਲਾਤ ਬੜੇ ਵਿਗੜ ਰਹੇ ਨੇ। ਸਰ ਜੀ these are not refugees, these are economic migrants। ਇਹ ਰੋਟੀ ਰੋਜੀ ਤਲਾਸ਼ ਲਿਆ ਰਹੇ। ਰੈਫਿਊਜੀ ਦਾ ਮਤਲਬ ਇਹ ਹੁੰਦਾ ਹੈ ਜਿਹਨੂੰ ਜਾਨ ਦਾ ਖਤਰਾ ਹੈ, ਕੋਈ ਮਾਰ ਰਿਹਾ। ਜਿਸ ਤਰ੍ਹਾਂ ਹੁਣ ਉਹ ਸੀ ਜਿਹੜੀ ਨਾਮ ਹੈ ਜਿਹੜੀ ਪਾਕਿਸਤਾਨ ਦੀ ਕੀ ਹੈ ਇਹਦਾ ਮਲਾਲਾ, ਜਿਹਨੂੰ ਤਾਲਿਬਾਨ ਨੇ ਗੋਲੀ ਮਾਰੀ ਜੀ, ਉਹਨੂੰ ਮਾਰ ਕੇ ਤੁਸੀਂ ਭੱਜ ਜਾਓ ਜੀ ਇੱਥੋਂ। ਦੈਟ ਇਜ਼ ਕਾਲਡ ਅ ਪੋਲੀਟੀਕਲ ਰੈਫਿਊਜੀ। ਪੋਲੀਟੀਕਲ ਰੈਫਿਊਜੀ ਦੀ ਡੈਫੀਨੇਸ਼ਨ ਕੁਝ ਹੋਰ ਹੈ ਜਿਹੜੀ ਕਨਵੈਨਸ਼ਨ ਦੀ ਰੈਫਿਊਜੀ ਹੈ। ਬਾਕੀ ਰੋਜੀ ਰੋਟੀ ਤਲਾਸ਼ ਲਈ ਆ ਰਹੇ ਜੀ, ਮੇਰੇ ਕੋਲ ਜੌਬ ਨਹੀਂ ਹੈ ਜੀ, ਮੈਂ ਟਰੱਕ ਦੀ ਚਲਾਇਆ ਜੀ, ਮੈਨੂੰ ਇੱਥੇ ਜੌਬ ਮਿਲਿਆ ਜੀ, ਚਲੋ ਰੈਫਿਊਜੀ। ਸਰ ਜੀ ਇਹ ਜਿੰਨੇ ਵੀ ਆ ਰਹੇ ਰੈਫਿਊਜੀ ਜਿਹੜੇ ਕ੍ਰਾਸ ਕਰ ਰਹੇ ਅਮਰੀਕਾ ਤੋਂ, ਜਿਹੜੇ ਅਮਰੀਕਾ ਆਲਰੇਡੀ 5-10 ਸਾਲ ਸੇ ਰਹਿ ਰਹੇ, ਤੁਸੀਂ ਮੈਨੂੰ ਦੱਸੋ ਉਹਨਾਂ ਨੂੰ ਜਾਣ ਦਾ ਖਤਰਾ ਸੀ ਅਮਰੀਕਾ?
नहीं वो तो हम डोनाल्ड ट्रंप ने ਉਹਨਾਂ ਦੀ ਪ੍ਰੋਬਲਮ ਖੜੀ ਕਰ ਦਿੱਤੀ ਨਹੀਂ ਨਾ ਪਰ ਜਾਨ ਦਾ ਖਤਰਾ ਤਾਂ ਨਹੀਂ ਹੈ, ਗੋਲੀ ਤਾਂ ਨਹੀਂ ਮਾਰਿਆ, ਉਹ ਕਹਿੰਦੇ ਤੁਸੀਂ ਜਾਓ ਆਪਣੀ ਕੰਟਰੀ ਵਾਪਸ, ਜਾਂ ਤੁਸੀਂ ਕਹੋਗੇ ਹੇਟੀ ਜਾਂ ਨਾਈਜੀਰੀਆ ਤੁਹਾਨੂੰ ਕੋਈ ਗੋਲੀ ਮਾਰਨ ਤਿਆਰ ਹੈ। ਸੋ ਪੋਲੀਟੀਕਲ ਰੈਫਿਊਜੀ ਡੈਫੀਨੇਸ਼ਨ ਕੁਝ ਹੋ ਰਿਹਾ। ਐਨੀਵੇ ਦੈਟਸ ਓਕੇ, ਆਈ ਐਮ ਜਸਟ ਐਜ਼ ਐ ਐਵਰੇਜ ਕੈਨੇਡੀਅਨ ਆਈ ਐਮ ਵਰੀਡ ਕਿ ਵੀ ਮੇਰੀ ਕੰਟਰੀ ਦਾ ਹੋਏਗਾ ਕੀ, ਦੈਟਸ ਆਲ ਆਈ ਐਮ ਸੇਇੰਗ। ਦੇਖਦੇ ਹਾਂ ਕਾਲਰ ਨੇ ਹੈਲੋ ਦੇਖਿਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਕਿ ਹਿੰਦੁਸਤਾਨ ਤੋਂ ਵੀ ਫੌਜੀ ਆ ਸਕਦੇ हैं जी? ਬਥੇਰੇ ਆਏ ਜੀ। ਸਰ ਜੀ ਰੈਫਿਊਜੀ ਤੇ ਹਿੰਦੁਸਤਾਨ ਤੋਂ ਇੰਨੇ ਆਏ ਨੇ ਨਹੀਂ ਪਹਿਲਾਂ ਅੱਜ ਕੱਲ੍ਹ ਤੇ ਬਹੁਤ ਸਾਰੇ ਲੋਕਾਂ ਨੂੰ ਮੋਦੀ ਤੋਂ ਖਤਰਾ ਹੈ ਜੀ। ਹਾਂ ਅੱਛਾ, ਹਿੰਦੂਤਵ ਅਪਲਾਈ ਕਰ ਸਕਦੇ ਹੋ? ਹਿੰਦੂਤਵ ਤਾਂ ਹੈਗਾ ਜੀ। ਹੁਣ ਜਿਵੇਂ ਦਲਿਤ ਲੋਕਾਂ ਨੂੰ ਉੱਥੇ ਮਾਰਿਆ ਜਾ ਰਿਹਾ, ਕੋਈ ਘੋੜੀ ਤੇ ਚੜਿਆ ਤਾਂ ਉਹਨੂੰ ਕੁੱਟਦਾ, ਉਹਦੀ ਜਾਨ ਨੂੰ ਖਤਰਾ ਹੀ ਆ। ਕਿਸੇ ਨੇ ਕਿਸੇ ਬਹੁਤ ਸਾਰੇ ਲੋਕ ਕਹਿੰਦੇ ਨੇ ਸਾਨੂੰ ਖਤਰਾ ਹੈਗਾ ਜੀ, ਉਹ ਐਕਟੀਵਿਸਟ ਦੇ ਨੂੰ ਤਿਆਰ ਹੈ ਸਾਨੂੰ ਖਤਰਾ। ਹਾਂ ਫਿਰ ਉਹ ਖਤਰਾ ਦਾ ਫਿਰ ਉਹ ਉੱਥੇ ਇੱਥੇ ਜਿਹੜਾ ਉਹ ਕਲੇਮ ਤੁਸੀਂ ਕਨਵਿੰਸ ਕਰਨਾ ਕਰਦੇ ਹੋ ਨਾ, ਫਿਰ ਜੱਜ ਫਿਰ ਉਹ ਚੈੱਕ ਕਰਦਾ। ਉਹਦੇ 6 ਤੁਸੀਂ ਅਗਰ ਜੇ ਇੰਟਰਸਟਿਡ ਹੋ ਤਾਂ ਉਹਦੇ ਬਾਰੇ ਵੀ ਮੈਂ ਡਿਸਕਸ ਕਰ ਸਕਦਾ। ਉਹਦੇ 6 ਫੈਕਟਰ ਹੁੰਦੇ ਆ ਕਿ ਤੁਹਾਨੂੰ ਖਤਰਾ ਹੈ ਬਿਕੋਜ਼ ਆਫ ਤੁਹਾਡੇ ਰਿਲੀਜਨ ਤੋਂ ਜਾਂ ਪੋਲੀਟੀਕਲ ਓਪੀਨੀਅਨ ਤੋਂ ਜਾਂ ਕਾਸਟ ਹੈ ਜਾਂ ਕੋਈ ਹੋਰ ਕੋਈ ਇਦਾਂ ਦੀ ਕੋਈ ਖਾਸ ਡਿਸਟਿੰਕਟਿਵ ਕੋਈ ਕੈਰੈਕਟਰਿਸਟਿਕਸ ਹੈ। ਉਹ ਇੱਕ ਇਹਨਾਂ ਦੀ ਇੱਕ ਡੈਫੀਨੇਸ਼ਨ ਬਣੀ ਹੋਈ ਹੈ। ਤੇ ਦੂਸਰਾ ਫਿਰ ਇਹ ਵੀ ਤੁਹਾਨੂੰ ਪੁੱਛ ਸਕਦੇ ਆ ਕਿ ਵੀ ਸਪੋਜ਼ ਕਰੋ ਤੁਸੀਂ ਤੇ ਕਹਿ ਰਹੇ ਹੋ ਕਿ ਮੈਨੂੰ ਖਤਰਾ ਹੈ ਫਲਾਣੇ ਸ਼ਖਸ ਤੋਂ, ਤੁਸੀਂ ਰਹਿ ਰਹੇ ਹੋ ਕਸ਼ਮੀਰ ਜਸਟ ਐਗਜ਼ਾਮਪਲ, ਤੇ ਤੁਸੀਂ ਕਸ਼ਮੀਰ ਛੱਡ ਕੇ ਤੁਸੀਂ ਕੇਰਲਾ ਨੂੰ ਚਲੇ ਜਾਓ, ਉੱਥੇ ਪਹੁੰਚ ਜਾਓ, ਤੁਸੀਂ ਉਧਰ ਕਿਉਂ ਨਹੀਂ ਜਾਂਦੇ? ਵਾਈ ਕਮ ਟੂ ਕੈਨੇਡਾ? ਇਹਨੂੰ ਕਹਿੰਦੇ ਮੋਦੀ ਦੇ ਸਾਰੇ ਦੇਸ਼ ਰਾਜ ਕਰਦਾ ਸਰ ਜੀ ਮੋਦੀ ਤੋਂ ਖਤਰਾ ਫਿਰ ਸਬਸਟੈਂਸ਼ੀਏਟ ਕਰੋਗੇ ਨਾ ਇਸ ਗੱਲ। ਸਰ ਜੀ ਗੱਲ ਇਦਾਂ ਹੈ ਕਿ ਭਾਵੇਂ ਮੋਦੀ ਤੋਂ ਖਤਰਾ ਹੈ ਜਾਂ ਕੋਈ ਹੋਰ ਕੋਈ ਕਿਸੇ ਨਹੀਂ ਦੂਸਰੀਆਂ ਸਟੇਟਸ ਦੇ ਵਿੱਚ ਵੀ ਤੁਸੀਂ ਗੱਲ ਕਰ ਰਹੇ ਆ, ਉੱਥੇ ਤਾਂ ਆਲਰੇਡੀ ਉਹ ਇੱਕ ਦੂਸਰੇ ਦੇ ਵੀ ਮਾਰ ਰਹੇ ਜੀ। ਯੂ ਹੈਵ ਟੂ ਕੇਰਲਾ ਦੀ ਗੱਲ, ਕਰਨਾਟਕਾ ਦੀ ਗੱਲ ਕਰ ਲਓ, ਉੱਥੇ ਆਪਸ ਵਿੱਚ ਵੀ ਤਾਂ ਉਹ ਮਾਰਦੇ ਨੇ। ਮਾਰਾਮਾਰੀ ਤੇ ਹਰ ਜਗ੍ਹਾ ਚੱਲ ਰਹੀ ਹੈ। ਰਿਫਿਊਜੀ ਕਲੇਮ ਦੀ ਡੈਫੀਨੇਸ਼ਨ ਜਿਹੜੀ ਪ੍ਰੂਵ ਕਰਨਾ, ਕਹਿਣਾ ਕੁਝ ਹੋਰ ਹੈ, ਵਾਕਈ ਪ੍ਰੂਵ ਕਰਨਾ ਸਬੂਤ ਤੁਹਾਡੇ ਕੋਲ ਹੋਣਾ ਚਾਹੀਦਾ ਕਿ ਹਾਂ ਫਲਾਣੇ ਨੇ ਤੁਹਾਨੂੰ ਧਮਕੀ ਦਿੱਤੀ ਹੈ ਜਾਂ ਕੋਸ਼ਿਸ਼ ਕੀਤੀ ਮਾਰਿਆ, ਤੁਸੀਂ ਬਚ ਗਏ ਫਲਾਣਾ। ਯੂ ਹੈਵ ਟੂ ਪ੍ਰੂਵ ਇਟ। ਨਹੀਂ ਉਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ। ਹਾਂਜੀ ਕੋਈ ਪਾਸੇ ਕੋਈ ਇਹੋ ਜਿਹਾ ਢੰਗ ਦੇਖੋ, ਬਹੁਤ ਸਾਰੇ ਲੋਕ ਉੱਥੇ ਫੌਜੀ ਅਪਲਾਈ ਕਰਨ ਬੈਠੇ ਨੇ। ਬੜੀ ਮਿਹਰਬਾਨੀ ਸਰ ਜੀ ਗੱਲ ਤਾਂ ਉਹਨਾਂ ਨੇ ਆਪੇ ਲੱਭ ਲੈਣਾ ਸੀ, ਸਭ ਤੋਂ ਪਹਿਲਾਂ ਲੱਭਣਗੇ। ਸਰ ਜੀ ਮੈਂ ਤੁਹਾਨੂੰ ਸੌਖਾ ਦਾ ਤਰੀਕਾ ਦੱਸ ਦੇਣਾ। ਸੌਖਾ ਦਾ ਤਰੀਕਾ ਹੈ, ਬਜਾਏ ਕਿ ਉਹਨਾਂ ਨੂੰ ਇੱਥੇ ਲਾਉਂਦੇ ਤੁਸੀਂ ਉਹਨੂੰ ਕੈਨੇਡਾ ਨੂੰ ਕਹੋ ਜਾ ਕੇ ਇੰਡੀਆ ਨੂੰ ਆਪਣੇ ਕਬਜ਼ੇ 'ਚ ਲੈ ਲਓ, ਉਹਨੂੰ ਵੀ ਤੁਸੀਂ ਸੈਕੰਡ ਕੈਨੇਡਾ ਕਹਿ ਦਿਓ ਜੀ। ਬੈਟਰ ਤੇ ਉਹੀ ਹੋਏਗਾ ਜੀ। ਇੱਥੇ ਆਉਣ ਦੀ ਲੋੜ ਹੀ ਕੀ ਹੈ, ਉੱਥੇ ਹੀ ਕੈਨੇਡਾ ਬਣਾ ਦਿਓ। ਹੈਲੋ ਦੇਸ਼ ਪੰਜਾਬ, ਰੇਡੀਓ ਹੌਲੀ ਕਰ ਲੈਣਾ ਜਰਾ। ਹਾਂਜੀ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਮੈਂ ਕਈ ਸਾਲ ਹੋ ਗਏ ਇੰਡੀਆ ਜਾਂਦਾ, ਹਰੇਕ ਸਾਲ ਮੈਨੂੰ ਨਾ ਇਮੀਗ੍ਰੇਸ਼ਨ ਦਾ ਭੇਜ ਦਿਓ ਕਿਉਂ ਜਾ ਕਿੱਧਰ ਜੀ? ਸਾਰਾ ਕੁਝ ਤੇ ਮੈਂ ਇੱਕ ਵਾਰੀ ਉਹ ਗੋਲੀ ਨੂੰ ਪੁੱਛਿਆ ਡਰ ਤੋਂ। ਹਾਂਜੀ ਗੱਲ ਭਾਈ ਹਾਂ ਗੋਲੀ ਨੂੰ ਪੁੱਛਿਆ ਮੈਨੂੰ ਇੱਕ ਵਾਰੀ ਇੱਧਰ ਤੋਂ ਪੁੱਛ ਕਰ ਦੇ ਉੱਤੇ ਜਾਓ ਚੈੱਕ ਕਰਾਓ। ਕੋਈ ਮੈਨੂੰ ਦੱਸਿਆ ਵੀ ਤੂੰ ਰਿਫਿਊਜੀ ਕੀਤਾ ਕਿ ਨਹੀਂ? ਅੱਛਾ ਮੈਂ ਤਾਂ ਰਿਫਿਊਜੀ ਕੀਤਾ ਸੀ, ਮੈਂ ਤਾਂ 1994 ਚ ਆਇਆ ਸੀ, ਪਹਿਲੀ ਪੇਜ ਚ ਆਇਆ ਸੀਗਾ। ਤੇ ਹਰ ਇੱਕ ਸਾਲ ਮੈਨੂੰ ਹੁਣ ਵੀ ਇੱਕ ਹਫ਼ਤਾ ਹੋ ਗਿਆ ਮੈਂ ਆਇਆ, ਫਿਰ ਵੀ ਹੁਣ ਉੱਧਰ ਦੀ ਭੇਜਿਆ ਵੀ ਇਹਦਾ ਕੋਈ ਹਾਲ ਲੱਭ ਸਕਦਾ ਹੈ? ਨਹੀਂ ਤਾਂ ਸੰਗਾ ਸਾਹਿਬ ਮੈਨੂੰ ਥੋੜਾ ਕਲੀਅਰ ਨਹੀਂ, ਕਿੱਥੇ ਭੇਜਦੇ ਆ ਉਹਨੂੰ? ਕਿੱਧਰ? ਜਦੋਂ ਤੁਸੀਂ ਉੱਥੋਂ ਇੰਡੀਆ ਤੋਂ ਵਾਪਸ ਆਉਣੇ ਆ? ਹਾਂਜੀ ਵਾਪਸ ਆਉਂਦੇ ਜੀ। ਹਾਂ ਫਿਰ ਕਿੱਧਰ ਤੁਹਾਨੂੰ ਭੇਜਦੇ? ਕਿੱਧਰ ਅਸੈਸਮੈਂਟ ਕੋਈ ਸਕ੍ਰੂਟਨੀ ਕਰਨ ਲਈ ਇੰਟਰਵਿਊ ਕਰਦੇ? ਨਹੀਂ ਜਿੱਦਾਂ ਹੁਣ ਉੱਥੋਂ ਤੁਸੀਂ 에ਅਰਪੋਰਟ ਤੇ ਫਰਜ਼ ਕਰੋ ਉੱਤਰੇ ਟੋਰਾਂਟੋ, ਤੇ ਉੱਥੇ ਸਾਰਿਆਂ ਨੂੰ ਜੀ ਉਹ ਇਮੀਗ੍ਰੇਸ਼ਨ ਵਾਲਿਆਂ ਦੇ ਥਰੂ ਵਿੱਚ ਦੀ ਲੰਘ ਕੇ ਆਉਣਾ ਪੈਂਦਾ। ਇੱਕ ਵਾਰੀ ਹੋ ਜਾਂਦਾ ਨਾ, ਉਦੋਂ ਮੋਰੇ ਤੋਂ ਸਮਾਨ ਲੈ ਕੇ ਬਾਹਰ ਆਉਣੇ ਆ। ਹਾਂ ਉਹਨੂੰ ਕਹਿੰਦੇ ਵੀ ਤੂੰ ਅੰਦਰ ਦੀ ਆ, ਹਮੇਸ਼ਾ ਮੈਨੂੰ ਕਹਿੰਦੇ ਉੱਧਰ ਦੀ ਆ, ਚੈੱਕ ਕਰਾ ਸਮਾਨ ਚੈੱਕ ਕਰਵਾ। ਹਾਂ ਸਮਾਨ ਚੈੱਕ ਕਰਾਓ। ਮੈਂ ਉਹਨੂੰ ਪੁੱਛਿਆ ਟੋਰਾਂਟੋ ਹਾਂਜੀ ਪਿਛਲੇ ਸਾਲ, ਉਹ ਕਹਿੰਦਾ ਵੀ ਤੂੰ ਮੈਨੂੰ ਕਹਿੰਦੀ ਉਹਨੇ ਮਾੜਾ ਦੱਸਿਆ ਵੀ ਤੂੰ ਵੀ ਅਪਲਾਈ ਕੀਤਾ ਸੀ, ਮੇਰੇ ਨਾਲ ਦਾ ਬੰਦਾ ਕੋਈ ਹੋਰ ਕਰਿਆ ਹੋ ਕਿਸੇ ਨੇ। ਨਹੀਂ ਮੈਨੂੰ ਇਹ ਗੱਲ ਤਾਂ ਨਹੀਂ, ਜਦੋਂ ਤੁਸੀਂ ਇਮੀਗ੍ਰੇਸ਼ਨ ਆਫੀਸਰ ਦੇ ਕੋਲ ਦੀ ਇੱਕ ਵਾਰੀ ਲੰਘਿਆ ਹੈ ਆਪਣਾ ਸਮਾਨ ਲੈ ਕੇ ਤੁਸੀਂ ਬਾਹਰ। ਨਹੀਂ ਜਿਹੜਾ ਪਹਿਲਾਂ ਆਪਾਂ ਇਮੀਗ੍ਰੇਸ਼ਨ ਕੋਲੇ ਜਾਂਦੇ ਨਾ, ਹਾਂਜੀ ਦਿੰਦੇ ਉੱਥੇ, ਹਾਂ ਉਦੋਂ ਮੋਰੇ ਸਮਾਨ ਚੱਕਦੇ ਆਪਾਂ ਰਾਈਟ। ਤੇ ਜੇ ਸਮਾਨ ਲੈ ਕੇ ਬਾਹਰ ਨਿਕਲਦੇ ਉੱਥੇ ਇੱਕ ਬੈਠਾ ਹੁੰਦਾ ਹੈ। ਜੇ ਤੁਹਾਡਾ ਉੱਥੇ ਕਸਟਮ ਹੋਣਾ, ਕਸਟਮ ਤਾਂ ਹੋ ਗਿਆ ਜਿਹੜਾ ਮੈਨੂੰ ਦੇਖ ਲਿਆ ਸਾਰਾ ਕੁਝ।
ਜਦੋਂ ਬਾਹਰ ਨਿਕਲਣਾ ਹਾਂ ਉਦੋਂ ਕਹਿੰਦੇ ਵੀ ਤੂੰ ਉੱਧਰ ਜਾ ਹਮੇਸ਼ਾ। ਅੱਛਾ ਨਹੀਂ ਏਦਾਂ ਦੀ ਗੱਲ ਨਹੀਂ ਹੋ ਸਕਦੀ। ਮੈਨੂੰ ਹਜੇ ਵੀ ਤੁਹਾਡੀ ਇਸ ਗੱਲ ਤੇ ਦੇਖੋ, ਜਦੋਂ ਆਪਾਂ ਉੱਥੇ ਉਤਰਦੇ ਆ ਨਾ, ਤੁਹਾਡਾ ਜਿਹੜਾ ਸਮਾਨ ਹੁੰਦਾ ਆ ਉਹ ਵੱਡੇ ਜਿਹੜੇ ਟੈਚੀ ਆ ਉਹ ਤੁਹਾਡੇ ਵੱਖਰੇ ਆਉਂਦੇ ਆ। ਜਦੋਂ ਤੁਸੀਂ ਇਮੀਗ੍ਰੇਸ਼ਨ ਵਾਲੇ ਕੋਲ ਜਾਂਦੇ ਆ ਉੱਥੇ ਤੁਸੀਂ ਕਲੇਮ ਕਰਦੇ ਆ ਵੀ ਮੇਰੇ ਕੋਲ ਕੁਝ ਹੈਗਾ, ਮੈਂ ਲਿਆਂਦਾ ਕਿ ਨਹੀਂ ਲਿਆਂਦਾ, ਉਹ ਕਾਰਡ ਜਿਹਾ ਭਰਿਆ ਹੋਣਾ ਚਾਹੀਦਾ, ਰਾਈਟ। ਜੇ ਤੇ ਤੁਸੀਂ ਉੱਥੋਂ ਤੁਹਾਡੇ ਕੋਲ ਨਹੀਂ ਹੈ ਤਾਂ ਉਹ ਕਹਿੰਦੇ ਵੀ ਜਾ ਕੇ ਆਪਣਾ ਸਮਾਨ ਕਲੈਕਟ ਕਰੋ ਤੇ ਤੁਸੀਂ ਬਾਹਰ ਜਾਓ। ਨਹੀਂ ਫੇਰ ਤਾਂ ਉਹ ਕੋਈ ਮੇਰੇ ਕੋਲ ਹੈਗਾ ਸਾਰਾ ਕੁਝ, ਉਦੋਂ ਮਗਰ ਸਮਾਨ ਚੱਕ ਲਿਆ, ਰੇੜੀ 'ਚ ਰੱਖ ਲਿਆ। ਹਾਂ ਜੋ ਬਾਹਰ ਨਿਕਲਣਾ ਉੱਥੇ ਮੂਹਰੇ ਬੈਠਾ ਹੁੰਦਾ। ਨਹੀਂ ਉਹ ਅਫਸਰ ਕੌਣ ਹੈ, ਕਿਹੜੇ ਮਹਿਕਮੇ ਦਾ ਅਫਸਰ ਹੈ, ਕੌਣ ਹੈ ਜਿਹੜੇ ਤੁਹਾਨੂੰ ਪੁੱਛ ਰਿਹਾ ਬਾਰ-ਬਾਰ? ਇਮੀਗ੍ਰੇਸ਼ਨ ਵਾਲੇ। ਨਹੀਂ ਉੱਥੇ ਇਮੀਗ੍ਰੇਸ਼ਨ ਵਾਲਾ ਥੋੜਾ ਹੁੰਦਾ ਜੀ, ਸਮਾਨ ਤੋਂ ਬਾਹਰ ਥੋੜਾ ਇਮੀਗ੍ਰੇਸ਼ਨ ਵਾਲਾ। ਸਮਾਨ ਦੇ ਬਾਰੇ ਇਮੀਗ੍ਰੇਸ਼ਨ ਵਾਲਾ ਨਹੀਂ ਹੋ ਸਕਦਾ। ਜਿੱਥੋਂ ਆਪਾਂ ਬਾਹਰ ਨਿਕਲਣਾ ਡੋਰ ਦੇ ਕੋਲ ਉੱਥੇ ਬੈਠਾ ਹੁੰਦਾ, ਉਹ ਸਿਕਿਉਰਿਟੀ ਵਾਲੇ ਹੁੰਦੇ ਜੀ, ਹੋਰ ਕੋਈ ਨਹੀਂ ਹੁੰਦਾ ਉੱਥੇ। ਉਹ ਮੈਨੂੰ ਹਮੇਸ਼ਾ ਕਰ ਉੱਧਰ ਹੀ ਆਉਂਦੀ ਸਰ ਉਹ ਤਾਂ ਪ੍ਰਾਈਵੇਟ ਸਿਕਿਉਰਿਟੀ ਵਾਲੇ, ਉਹਨਾਂ ਦੀ ਕੀ ਕੋਈ ਇਸ ਤਰ੍ਹਾਂ ਕੋਈ ਪੇਪਰ ਤੇ ਪਤਾ ਨਹੀਂ ਕੀ ਲਿਖਦੇ ਆ। ਅੱਛਾ ਉਹਨੂੰ ਕਦੇ ਪਤਾ ਨਾ ਲੱਗ ਗਿਆ ਹੋਵੇ ਜੀ ਵੀ ਦੇਸੀ ਬੰਦੇ ਜਿਹੜੇ ਉਹ ਆਉਂਦੇ ਪੈਸੇ ਦੇ ਦਿੰਦੇ ਹੁੰਦੇ। ਹਾਂ ਨਹੀਂ ਪੈਸੇ ਵਾਲੀ ਗੱਲ ਨਹੀਂ, ਉਹ ਨਹੀਂ ਗੱਲ ਮੈਂ ਕਹਿੰਦਾ ਪੈਸੇ ਵਾਲੀ ਗੱਲ ਹੈ। ਉਹ ਹਮੇਸ਼ਾ ਮੈਂ ਉਹਨੂੰ ਡਰ ਤੋਂ ਪੁੱਛਿਆ ਸੀ ਪਿਛਲੇ ਸਾਲ। ਅੱਛਾ ਮੈਨੂੰ ਮੈਂ ਉਹਨੂੰ ਪੁੱਛਿਆ ਕਿ ਹਮੇਸ਼ਾ ਕਿਉਂ ਇੱਧਰ ਵੀ ਸਮਾਨ ਚੈੱਕ ਕਰਵਾਉਂਦਾ ਸਾਰਾ, ਕਿਤੇ ਖੋਲ ਕੇ ਚੈੱਕ ਨਹੀਂ ਕਰਦੇ। ਨਹੀਂ ਉਹ ਤਾਂ ਜੀ ਦੇਖੋ, ਜਦੋਂ ਨਾ ਆਪਾਂ ਸਮਾਨ ਉੱਥੋਂ ਲੈ ਕੇ ਤੁਰਦੇ ਤਾਂ ਉਹ ਤੁਹਾਡਾ ਉਸ ਵੇਲੇ ਜੇ ਤੁਸੀਂ ਚੈੱਕ ਕਰਵਾਇਆ ਕਿਤੇ ਉਹਨਾਂ ਨੂੰ ਕੋਈ ਸ਼ੱਕ ਹੋਵੇ ਵੀ ਹਾਂ ਵੀ ਇਹ ਟੈਚੀ 'ਚ ਕੋਈ ਸਮਾਨ ਹੈਗਾ ਜਿਹੜਾ ਇਹਨਾਂ ਨੇ ਡਿਕਲੇਅਰ ਨਹੀਂ ਕੀਤਾ, ਉਹਨੂੰ ਤਾਂ ਉਹ ਚੈੱਕ ਕਰ ਸਕਦੇ ਆ। ਸਰ ਜੀ ਇਹ ਗੱਲ ਸੁਣੋ, ਤੁਹਾਡੀ ਲਾਟਰੀ ਵੀ ਨਿਕਲਦੀ ਹਾਲ ਨਹੀਂ ਕਿ ਨਹੀਂ? ਇਹ ਮੈਂ ਨਹੀਂ ਜੀ ਆਇਆ ਇਸ ਗੱਲ ਨਾਲ ਵੀ ਸਹਿਮਤ ਨਹੀਂ। ਮੈਂ ਇੱਕ ਬੰਦੇ ਨੂੰ ਜਾਣਦਾ, ਉਹ ਤਾਂ ਕਹਿੰਦਾ ਜੀ ਹਰ ਵਾਰੀ ਜਾ ਕੇ ਆਈ ਤਾਂ ਮੈਂ ਉਹਨੂੰ ਮੈਨੂੰ ਪੁੱਛਿਆ ਨਾ ਕੋਈ ਤੋਂ ਵੀ ਕੀਤਾ, ਮੈਨੂੰ ਪੁੱਛਿਆ ਨਾ। ਅੱਛਾ ਖੈਰ ਜੀ, ਚਲੋ ਫੇਰ ਕਿਸੇ ਦਿਨ ਕਿਤੇ ਲੱਭਾਂਗੇ ਇਸ ਗੱਲਬਾਤ ਬਾਰੇ। ਥੈਂਕ ਯੂ। ਹੈਲੋ ਦੇਸ਼ਨਾਥ। ਹੈਲੋ ਸੰਗਾ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ। ਇਹ ਆਗਰਾ ਭਾਈ ਸਾਹਿਬ ਕੀ ਹੈ, ਮੇਰੇ ਨਾਲ ਵੀ ਹੁੰਦਾ ਨਹੀਂ ਪਰ ਐਕਟਿਵ ਨਹੀਂ ਹੋਇਆ। ਅੱਛਾ ਮੈਨੂੰ ਲੱਗਦਾ ਜਦੋਂ ਕੱਟ ਹੁੰਦਾ ਨਾ, ਹਾਂਜੀ ਉਦੋਂ ਮੇਰਾ ਪਾਸਪੋਰਟ ਅਲੱਗ ਰੱਖ ਲੈਂਦਾ ਤੇ ਉਹ ਜਿਵੇਂ ਲੈ ਜਾਣਾ ਕੋਈ ਅੰਦਰ ਭੇਜ ਦੂਗਾ ਆਫਿਸ ਵਿੱਚ। ਅੱਛਾ ਮੈਨੂੰ ਕਹਿੰਦੇ ਕਿ ਡਾਕਟਰ ਖੜ ਜਾ ਜੀ, ਮੈਂ ਆਪਦਾ ਲਾਇਸੈਂਸ ਵਗੈਰਾ ਦਿਖਾਉਣ ਲੱਗ ਪਿਆ। ਉਹ ਮੈਨੂੰ ਪੂਰੀ ਕਹਿੰਦੀ ਸਪਾਈਲ ਕਰਾਓ ਕਿ ਕਈ ਵਾਰੀ ਸਿਮੀਲਰ ਨੇਮ ਹੁੰਦੇ। ਅੱਛਾ ਸਿਮੀਲਰ ਨੇਮ ਹੁੰਦੇ, ਡਬਲ ਨੇਮ। ਕੋਈ ਹੋ ਸਕਦਾ ਕੋਈ ਮੇਰੇ ਨਾਲ ਡਾਕਟਰ ਦਾ ਕਰਦਾ ਹੋਵੇ ਜਾਂ ਕੋਈ ਹੋਰ ਹੋਵੇ ਜੀ, ਕਦੇ ਕੋਈ ਸਪਾਈਲ ਕਰਾ ਹੋਵੇ, ਕੋਈ ਖੜਗਾਈ ਕਰਦੀ ਕਿ ਲੋੜ ਪਈ। ਘਬਰਾ ਨਾ, ਸਹੀ ਗੱਲ ਹੈ। ਠੀਕ ਆ। ਉਹ ਕਈ ਵਾਰੀ ਏਦਾਂ ਨਹੀਂ ਵੀ ਉਹ ਜਿਹੜਾ ਬਾਰ-ਬਾਰ ਉਹ ਜਿੱਦਾਂ ਕਹਿੰਦੇ ਨਾ ਵੀ ਮਹੀਆਂ ਉੜਿੱਕ ਕੇ ਚੜਦਾ ਆ, ਉਹ ਮਤਲਬ ਕਈ ਵਾਰੀ ਆਈ ਡੋਂਟ ਨੋ, ਇਸ ਗੱਲ ਤੇ ਹੁਣ ਕੁਝ ਨਹੀਂ ਕਿਹਾ ਜਾ ਸਕਦਾ ਵੀ ਉਹਨਾਂ ਦਾ ਕਿਉਂ ਇਸ ਤਰ੍ਹਾਂ ਮਤਲਬ। ਅੱਛਾ ਜੀ ਹਾਂ ਆਪਣਾ ਬੈਂਕੋਵਰ ਦੀ ਬਸ ਇਹਦਾ ਫੋਟੋ ਲੈ ਕੇ ਜਾਓ ਜੀ ਬਾਹਰ। ਅੱਗੇ ਹਰ ਵਾਰੀ ਲੋਕੇ ਮੈਨੂੰ ਕਸਟਮਰ ਹੋ ਗਏ ਜੀ ਕਿ ਆਪਣਾ ਪਾਸਪੋਰਟ ਦੇ ਦਿਓ, ਅੰਦਰ ਆਫਿਸ ਚ ਲੈ ਜਾਂਦੇ ਸੀ ਤੇ ਮੈਨੂੰ ਬਾਹਰ ਖੜਾ ਦੇ ਦੇ। ਲੱਗਦਾ ਜੀ ਉਹ ਜਿੱਦਾਂ ਕਹਿੰਦੇ ਹੁੰਦੇ ਨਾ, ਅਫਸਰ ਤੇ ਬਾਹਲਾ ਡਿਪੈਂਡ ਕਰਦਾ ਵੀ ਉਹ ਕਿਹੜੇ ਮੂਡ 'ਚ ਬੈਠਾ, ਸਵੇਰੇ ਘਰੋਂ ਦਬਕੇ ਤਾਂ ਨਹੀਂ ਖਾ ਕੇ ਆਇਆ। ਠੀਕ ਆ, ਮਿਹਰਬਾਨੀ ਜਨਾਬ, ਥੈਂਕ ਯੂ। ਓਕੇ ਲਓ ਫਿਰ ਕੁਝ ਵਪਾਰੀ ਅਦਾਰਿਆਂ ਦੇ ਸੁਨੇਹੇ ਸੁਣਦੇ ਹਾਂ ਔਰ ਫਿਰ ਹਾਜ਼ਰ ਹੁੰਦੇ ਹਾਂ। ਦੋਸਤੋ ਤੁਹਾਡਾ ਕੋਈ ਮਸਲਾ ਹੈ ਇਮੀਗ੍ਰੇਸ਼ਨ ਪ੍ਰਤੀ ਤੇ ਫੋਨ ਕਰ ਸਕਦੇ ਹੋ 780 435 27 WhatsApp ਨੇ 04352762 ਹਾਜ਼ਰ ਨੇ। ਕੋਈ ਕੰਸਰਨ ਹੋਵੇ ਉਹਦੇ ਤੁਹਾਨੂੰ ਬਹੁਤ ਵਧੀਆ ਜਵਾਬ ਦਿੰਦੇ ਨੇ ਜੀ। ਅਗਰ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ, ਚਾਹੇ ਉਹ ਸਟੂਡੈਂਟ ਦੇ ਤੌਰ ਤੇ ਤੁਸੀਂ ਪੜ੍ਹਨ ਆਏ ਹੋ, ਉਹਨੂੰ ਕਨਵਰਟ ਕਰਨਾ ਚਾਹੁੰਦੇ ਹੋ, ਕੀ ਕਰਨਾ ਚਾਹੀਦਾ, ਤੁਸੀਂ ਫੋਨ ਕਰ ਸਕਦੇ ਹੋ 780 435 27 ਪਰ ਉਹਦਾ ਸਾਡੇ ਕਈ ਵਾਰੀ ਨਾ ਲੋਕਾਂ 'ਚ ਇਹ ਗੱਲ ਜ਼ਿਆਦਾ ਮੈਂ ਮਹਿਸੂਸ ਕਰਦਾ ਕਿ ਅਸੀਂ
ਕਿਤੇ ਵੀ ਕੋਈ ਕੰਮ ਕਰਵਾਈਏ ਨਾ, ਜਿੰਨਾ ਚਿਰ ਅਸੀਂ ਰੁੱਗ ਭਰ ਕੇ ਪੈਸਿਆਂ ਦਾ ਨਹੀਂ ਦਿੰਦੇ ਤੇ ਸਾਨੂੰ ਤਸੱਲੀ ਜੀ ਨਹੀਂ ਹੁੰਦੀ ਵੀ ਇਹ ਕੰਮ ਠੀਕ ਨਹੀਂ ਹੋਣਾ, ਇਹ ਜਾਂ ਇਹ ਪਤਾ ਹੀ ਨਹੀਂ ਜੀ ਉਹ ਫਲਾਨਾ ਏਜੰਟ ਜਿਹੜਾ ਨਾ ਉਹ ਇੰਨੇ ਪੈਸੇ ਲੈਂਦਾ ਕੰਮ ਹੋ ਜਾਂਦਾ। ਉਹ ਜਿਹੜੀ ਨਾ ਸਾਡੇ ਇਹ ਮਨਾਂ ਦੇ ਵਿੱਚ ਗੱਲ ਬੈਠੀ ਹੋਈ ਆ ਵੀ ਜੇ ਸਾਨੂੰ ਕੋਈ ਵਧੀਆ ਐਡਵਾਈਸ ਜਾਂ ਸਲਾਹ ਦਿੰਦਾ ਤੇ ਉਹਦੇ ਤੋਂ ਅਸੀਂ ਕਿਨਾਰਾ ਕਰਦੇ ਹਾਂ, ਪਰ ਅਸੀਂ ਜਦੋਂ ਪੈਸੇ ਕਈ ਵਾਰੀ ਫਿਰ ਜਦੋਂ ਗਵਾਚਦੇ ਆ ਨਾ, ਉਹ ਰੁੱਗ ਦਿੱਤੇ ਹੋਏ ਤੇ ਕਈ ਬੰਦੇ ਹੀ ਸੱਜੇ ਖੱਬੇ ਹੋ ਜਾਂਦੇ ਆ, ਫਿਰ ਪਤਾ ਲੱਗਦਾ। ਮੈਂ ਅੱਜ ਕੱਲ੍ਹ ਦੇਖ ਰਿਹਾ ਆਪਣੇ ਸ਼ਹਿਰ ਦੇ ਵਿੱਚ, ਕਦੇ ਤੁਸੀਂ ਅਖਬਾਰ ਕੋਈ ਖੋਲ ਕੇ ਦੇਖ ਲਿਓ, ਅੱਜ ਕੱਲ੍ਹ ਬਿਜ਼ਨਸ ਹੀ ਆਹ ਦੋ ਰਹਿ ਗਏ ਜੀ, ਜਾਂ ਤਾਂ ਇਮੀਗ੍ਰੇਸ਼ਨ ਵਾਲਾ ਆ ਤੇ ਜਾਂ ਸੁਪਰ ਵੀਜ਼ੇ ਦਾ, ਦੇयर इज नथिंग एल्स। ਉਹ ਜਿਹੜੇ ਤੁਸੀਂ ਇਸ਼ਤਿਹਾਰ ਕਰਦੇ ਹੋ ਉਹ ਸੋਨੇ ਚਾਂਦੀ ਦੇ ਗਹਿਣੇ ਬਣਵਾ ਲਓ, ਤੇ ਉਹ ਜਿਹੜੀ ਸੇਲ ਲੱਗੀ ਹੋਈ ਜੀ ਆਟਾ ਜੀ ਸ਼ੇਰ ਆਟਾ ਜਾਂ ਫਲਾਨਾ, ਤੁਸੀਂ ਕਿਹਾ ਬਿਜ਼ਨਸ ਸਿਰਫ ਇਮੀਗ੍ਰੇਸ਼ਨ ਦਾ ਸੁਪਰ ਵੀਜ਼ਾ ਦੇਗਾ? ਸੁਪਰ ਵੀਜ਼ਾ ਤੇ ਇਮੀਗ੍ਰੇਸ਼ਨ ਦੇ ਪੱਟੇ ਆ ਜਿੰਨੀਆਂ ਮਰਜ਼ੀ ਦੁਕਾਨਾਂ ਦੇਖ ਲਓ। ਸੁਪਰ ਵੀਜ਼ਾ ਦੇ ਬਾਰੇ ਥੋੜਾ ਜਿਹਾ ਆਪਾਂ ਉਹ ਤਾਂ ਇੱਥੇ ਜੇਸਨ ਕੈਨੀ ਹੁਣ ਵੀ ਬੜੇ ਉਹ ਤਾਂ ਕੀ ਕਹਿੰਦੇ ਹੁੰਦੇ ਜੀ ਖੁਸ਼ ਹੋ ਕੇ ਦੱਸਦੇ ਆ ਕਿ ਦੇਖੋ ਇਹ ਸੁਪਰ ਵੀਜ਼ਾ ਮੈਂ ਸ਼ੁਰੂ ਕੀਤਾ ਸੀ, ਇੰਨੇ ਲੋਕ ਉਹਦੇ ਤੇ ਆ ਗਏ। ਮਤਲਬ ਹੁਣ ਉਹ ਲੋਕ ਜਿਹੜੇ ਆਏ ਆ, ਉਹ ਇੱਕ ਵਾਰੀ ਤਾਂ ਇੱਕ ਵਿਅਕਤੀ ਮੈਨੂੰ ਕਹਿੰਦਾ ਜੀ ਵੀ ਉਹ ਬੜਾ ਦੁਖੀ ਹੋਇਆ ਜੀ, ਉਹ ਕਹਿੰਦਾ ਜੀ ਇਹ ਤਾਂ ਕਹਾਣੀ ਬੜੀ ਗਲਤ ਹੋ ਗਈ। ਮੈਂ ਕਿਹਾ ਜੀ ਕੀ ਹੋਇਆ? ਉਹ ਕਹਿੰਦਾ ਜੀ ਜਿੱਥੇ ਅੱਗੇ ਸਾਡੇ ਵਰਗੇ ਲੋਕ ਕੰਮ ਕਰਦੇ ਉੱਥੇ ਹੁਣ ਸਾਨੂੰ ਕੰਮ ਹੀ ਨਹੀਂ ਮਿਲਦੇ। ਮੈਂ ਕਿਹਾ ਕਿਉਂ? ਉਹ ਕਹਿੰਦੇ ਜੀ ਉੱਥੇ ਇਹ ਸੁਪਰ ਵੀਜ਼ੇ ਤੇ ਆਏ ਲੋਕ ਜਿਹੜੇ ਆ ਉਹ ਥੋੜੇ ਪੈਸਿਆਂ ਦੇ ਕੰਮ ਕਰੀ ਜਾਂਦੇ। ਸਹੀ ਗੱਲ ਹੈ। ਹੁਣ ਜਿਹੜਾ ਦੇਖੋ ਇਹ ਏਡਾ ਵੱਡੀ ਇੱਕ ਗਲਤ ਧਾਰਨਾ ਚੱਲ ਰਹੀ ਨਾ। ਇਹਦੇ ਬਾਰੇ ਤਾਂ ਮੈਂ ਪਿਛਲੇ ਵਾਰ ਵੀ ਦੇਖਦੇ ਕਾਲਰ ਸਾਹਿਬ ਕੀ ਕਰ ਰਹੇ ਦੇਖਦੇ ਉਹ ਰੱਖ ਗਿਆ ਜੀ। ਅੱਛਾ ਰੱਖਿਆ ਸ਼ਾਇਦ ਦੁਬਾਰਾ ਕਾਲ ਕਰ ਸਕਦੇ ਆ ਗਏ ਦੁਬਾਰਾ ਇਹਨੇ ਕਾਲਰ ਸਾਹਿਬ ਕੀ ਕਰ ਰਹੇ ਪਤਾ ਲੱਗਦਾ ਨਹੀਂ ਵੀ ਸਾਡਾ ਜਿਹੜਾ ਧੀਰਜ ਆ ਉਹ ਕਿੰਨਾ ਕੁ ਜ਼ਿਆਦਾ। ਹੈਲੋ ਦੇਸ਼ ਪੰਜਾਬ, ਆ ਰੇਡੀਓ ਨੂੰ ਹੌਲੀ ਕਰ ਦਿਓ ਜਾਂ ਬੰਦ ਕਰ ਦਿਓ ਉਹਨੂੰ। ਬਿਲਕੁਲ ਤੁਹਾਡੀ ਗੱਲ ਸੁਣ ਰਹੇ ਹਾਂ। ਹਾਂਜੀ ਦੱਸੋ ਆਪਣਾ ਸਵਾਲ ਦੱਸੋ। ਮੈਂ ਆਹ ਹੀ ਪੁੱਛਣਾ ਸੀਗਾ ਵੀ ਕਈ ਨਿਆਣੇ ਜਿੱਦਾਂ ਹੁਣ ਉੱਥੇ ਸਾਡੇ ਜਾਣਦੇ ਆ ਆਏ ਆ ਮਾਂ ਪਿਓ ਦੇ ਨਾਲ, ਜਿੱਦਾਂ ਵਿਜ਼ਟਰ ਵੀਜ਼ੇ ਤੇ ਫਿਰ ਇੱਥੇ ਪੜ੍ਹਨ ਲੱਗ ਜਾਣਗੇ, ਕਿੱਦਾਂ ਹੋਊਗਾ? ਨਹੀਂ ਉਹਦਾ ਮੈਂ ਜਵਾਬ ਦੇਣਾ, ਉਹਦਾ ਜਵਾਬ ਤੁਹਾਨੂੰ ਦੇਣਾ। ਮਤਲਬ ਏਦਾਂ ਨਹੀਂ ਲੱਗਣਗੇ? ਨਹੀਂ ਕਹਿੰਦੇ ਉਹਦੇ ਸਕੂਲੀ ਲੈ ਕੇ ਟੈਸਟ, ਤਾਂ ਜੇ ਉਹ ਪਾਸ ਹੋ ਜਾਂਦਾ ਤਾਂ ਫਿਰ ਉਹਨੂੰ ਲਾ ਦਿੰਦੇ ਆ। ਨਹੀਂ ਮੈਡਮ ਮੈਂ ਦੱਸਿਆ ਤੁਹਾਨੂੰ ਕਾਨੂੰਨ ਜੋ ਪੜ੍ਹਦਾ ਹੋਵੇ। ਨਹੀਂ ਆ ਤੁਸੀਂ ਹੁਣ ਗੱਲ ਸੁਣੋ ਜੀ ਇਹਨਾਂ ਦੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂ ਮੈਂ ਦੱਸ ਰਿਹਾ ਇਹਦਾ ਜਵਾਬ, ਕਾਨੂੰਨੀ ਜਵਾਬ ਦੱਸ ਰਿਹਾ ਇਹਦਾ, ਠੀਕ ਹੈ। ਜਦ ਕੋਈ ਵੀ ਵਿਜ਼ਟਰ ਵੀਜ਼ਾ ਤੇ ਇੱਥੇ ਆਏਗਾ ਨਾ, ਵਿਜ਼ਟਰ ਵੀਜ਼ਾ ਨਾਰਮਲੀ ਜਦ ਤੁਹਾਨੂੰ ਅਗਰ ਸਟੇ ਮਿਲੀ ਹੈ 6 ਮਹੀਨੇ ਦੀ ਜੀ, ਤੇ 6 ਮਹੀਨੇ ਦੀ ਜਿਹੜੀ ਲੀਗਲ ਵੈਲਿਡਿਟੀ ਹੈ ਉਹਦੇ ਵਿੱਚ ਅਗਰ ਤੁਸੀਂ 6 ਮਹੀਨੇ ਦਾ ਕੋਰਸ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਸਟੱਡੀ ਵੀਜ਼ਾ, ਸਟੱਡੀ ਪਰਮਿਟ ਦੀ ਲੋੜ ਨਹੀਂ ਹੈ, ਤੁਸੀਂ ਉਹ ਪੜ੍ਹਾਈ ਕਰ ਸਕਦੇ ਹੋ। ਲੈਟਸ ਸੇ ਕਿ ਤੁਸੀਂ ਕੋਈ ਫੈਸ਼ਨ ਕਰਨਾ ਹੈ, ਟਰੈਵਲ ਟੂਰਿਜ਼ਮ ਕੋਰਸ ਹੈ ਜਿਹੜਾ 6 ਮਹੀਨੇ ਤੋਂ ਘੱਟ ਟਾਈਮ ਦੇ ਵਿੱਚ ਹੋ ਜਾਏ ਪੂਰਾ, ਉਹਦੇ ਲਈ ਤੁਹਾਨੂੰ ਕੋਈ ਹੋਰ ਸਟੱਡੀ ਪਰਮਿਟ ਦੇਣ ਦੀ ਲੋੜ ਨਹੀਂ ਹੈ। ਵਿਦਨ ਯੋਰ ਟੂਰਿਸਟ ਵੀਜ਼ਾ ਸਟੇਟਸ ਤੁਸੀਂ ਉਹਨੂੰ ਮੁਕੰਮਲ ਕਰ ਸਕਦੇ ਹੋ। ਨੰਬਰ 1। ਅੱਛਾ ਜਿਹੜਾ ਉਹ ਮਤਲਬ ਕੋਰਸ, ਅੱਛਾ ਜਿਹੜਾ ਟੂਰਿਸਟ ਵੀਜ਼ਾ ਉਹਨੂੰ ਐਕਸਟੈਂਡ ਨਹੀਂ ਕਰਵਾ ਸਕਦੇ? ਨਹੀਂ ਐਕਸਟੈਂਡ ਕਰਾ ਲਓ, ਐਕਸਟੈਂਡ ਵੀ ਤਾਂ ਉਹ ਕਰਾਓਗੇ ਨਾ, ਟੂਰਿਸਟ ਹੀ ਕਰਾਓਗੇ। मतलब रहेगा तो टूरिस्ट स्टेटस ही रहेगा। लेट्स से कि तुसी 6 महीने बाद 1 साल का भी करा लिया जी, लेकिन अगर कोर्स अगर 6 महीने तो बाद है फिर तुसी वो कोर्स कर नहीं सकते। ओह अच्छा। अगर कोर्स का जो लेंथ है अगर 6 महीने तो ज्यादा, नॉर्मली कोर्सेज 8 महीने 10 महीने के होंगे ही है। ठीक है। कोई भी कोर्स ले लो तुसी, प्राइवेट इंस्टीट्यूट या DLI तो ले लो, जिसको मर्जी ले लो, मिनिमम 8 to 10 months प्लस होंगे जरूर। तुसी वो कोर्स ऑन अ टूरिस्ट वीजा नहीं कर सकते, दैट इज अ लॉ। अगर कोई कर रहा है तो वो दे आर वायलेटिंग द लॉ। नंबर 1। नंबर 2, वायलेटिंग मतलब ਤੁਹਾਡਾ ਕਹਿਣਾ ਵੀ ਉਹ ਉਲੰਘਣਾ ਕਰ ਰਿਹਾ ਹੈ। ਬਿਲਕੁਲ ਟੂਰਿਸਟ ਵੀਜ਼ਾ ਦੀ ਜਿਹੜੀ ਮਰਿਆਦਾ ਹੈ ਉਹਦਾ ਤੁਸੀਂ ਉਲੰਘਣਾ ਕਰ ਰਹੇ ਹੋ, ਕੋਈ ਕੰਮ ਨਹੀਂ ਕਰ ਸਕਦਾ। ਦੈਟਸ ਰਾਈਟ। ਨਹੀਂ ਕੰਮ ਤੇ ਨਹੀਂ ਹੈ, ਪੜ੍ਹਾਈ ਦੀ ਗੱਲ ਕਰ ਰਹੇ ਹਾਂ, ਪੜ੍ਹਾਈ ਨਹੀਂ ਕਰ ਸਕਦੇ, ਪੜ੍ਹਾਈ ਵੀ ਨਹੀਂ ਕਰ ਸਕਦੇ ਜੀ। ਦੂਸਰਾ, ਅਗਰ ਕੋਈ ਆਲਰੇਡੀ ਟੂਰਿਸਟ ਵੀਜ਼ਾ ਤੇ ਆਇਆ ਹੋਇਆ ਹੈ, ਫਰਜ਼ ਕਰੋ ਉਹਨਾਂ ਨੂੰ ਇੱਥੇ ਆ ਕੇ ਕੋਈ ਜੀ ਐਡਮਿਸ਼ਨ ਮਿਲ ਗਿਆ ਜੀ, ਮੈਂ ਜੀ ਹੁਣ ਚਲੋ ਮੈਂ ਬੈਚਲਰਸ ਡਿਗਰੀ ਕਰਕੇ ਆਇਆ ਇੰਡੀਆ ਤੋਂ, ਇੱਥੇ ਆ ਕੇ ਜਿਵੇਂ ਮਾਸਟਰ ਡਿਗਰੀ ਕਰ ਲਈ ਹੈ, ਸ਼ਾਇਦ ਮੈਨੂੰ 2 ਸਾਲ ਦੀ ਡਿਗਰੀ ਕਰਕੇ ਮੈਂ ਹੋ ਜਾਏ, ਉਹਦੇ ਲਈ ਉਹਨਾਂ ਨੂੰ ਫਿਰ ਸਟੱਡੀ ਪਰਮਿਟ ਅਪਲਾਈ ਕਰਨਾ ਪਏਗਾ ਆਫੀਸ਼ੀਅਲੀ। ਉਹਦੀ ਜਿਹੜੀ ਐਪਲੀਕੇਸ਼ਨ ਹੈ ਨਾ, ਐਪਲੀਕੇਸ਼ਨ ਹੁਣ ਆਲਰੇਡੀ ਜਿਹੜੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਆ ਉਹਨਾਂ ਦੀ ਐਪਲੀਕੇਸ਼ਨ ਜਦ ਤੁਸੀਂ ਭਰੋਗੇ, ਨੰਬਰ 1 ਇਹ ਇਸ ਤਰ੍ਹਾਂ ਹੈ ਕਿ ਜਿਹੜੀ ਐਪਲੀਕੇਸ਼ਨ ਹੈ ਨਾ, ਇਟ ਹੈਜ਼ ਟੂ ਬੀ ਪ੍ਰੋਸੈਸ ਆਊਟਸਾਈਡ ਕੈਨੇਡਾ।
ਜਾਂ ਤੇ ਤੁਹਾਡੀ ਕੰਟਰੀ ਤੋਂ ਹੋਏਗੀ, ਇੰਡੀਆ ਤੋਂ ਹੋਏਗੀ, ਜਾਂ ਅਮਰੀਕਾ ਜਿਹੜੇ ਬੈਠੇ ਹੈ ਕੈਨੇਡੀਅਨ ਐਮਬੈਸੀ ਵਾਲੇ ਉਹ ਕਰਨਗੇ ਐਪਲੀਕੇਸ਼ਨ ਤੁਹਾਡੀ ਉਧਰੋਂ। ਅਗਰ ਜਦ ਅਪਰੂਵ ਹੋकर ਆਏਗੀ ਫਿਰ ਤੁਹਾਨੂੰ ਸਟੱਡੀ ਪਰਮਿਟ ਮਿਲੇਗਾ, ਉਹਦੇ ਬਗੈਰ ਨਹੀਂ ਮਿਲ ਸਕਦਾ। ਸੋ ਇਹ ਹੈ ਉਹਦੀ ਰਿਕੁਆਇਰਮੈਂਟ, ਉਹਦੇ ਬਾਅਦ ਫਿਰ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ। ਜਿਹਦੇ ਕਾਲ ਤਾਂ ਕੀ ਕਰ ਰਹੇ ਹੈ ਲੌਂਗ ਡਿਸਟੈਂਸ ਹੈ ਜੀ। ਮੇਰੇ ਕੋਲ ਇੰਡੀਆ ਤੋਂ ਕਾਲ ਕਰ ਰਹੇ ਸਰ। ਹਾਂਜੀ ਸਤਿ ਸ਼੍ਰੀ ਅਕਾਲ। ਇੱਕ ਸੈਕਿੰਡ ਤੁਸੀਂ ਨਾ ਪਹਿਲਾਂ ਇਹ ਦੱਸੋ ਵੀ ਕਿੱਥੋਂ ਕਾਲ ਕਰ ਰਹੇ ਹੋ ਤੁਸੀਂ? ਸਾਈਪਰਸ ਤੋਂ ਕਾਲ ਕਰ ਰਹੇ ਹਾਂ। ਅੱਛਾ ਸਾਈਪਰਸ ਤੋਂ, ਠੀਕ ਹੈ ਜੀ। ओके सर मेरी एजुकेशन MBA है इंडिया तो सर, बट मैं आइलट्स फोन दिखता तो मेरे 4.5 आई है सर कि अगर मैं 5 पट्टी करती हां ਤਾਂ ਰਿਜੈਕਟ ਹੋਣ ਦੇ ਚਾਂਸਸ ਹੈਗੇ ਨੇ। ਪਹਿਲੀ ਗੱਲ ਤੇ ਤੁਸੀਂ ਫਾਈਲ ਪੁੱਟ ਅਪ ਤਾਂ ਕਰੋਗੇ ਜਦ ਤੁਹਾਨੂੰ ਕੋਈ ਨੌਕਰੀ ਦੇਗਾ। ਨੌਕਰੀ ਕੌਣ ਦੇ ਰਿਹਾ ਤੁਹਾਨੂੰ ਕੇਅਰ ਗਿਵਰ ਦੀ? ਸਰ ਸਾਡੇ ਰਿਲੇਟਿਵ ਹੈਗੇ ਨੇ तो मेरे से LMI अप्लाई कर सकते, बट ਹੁਣ ਥੋੜਾ ਜਿਹਾ ਚੱਕਰ ਪੈ ਰਿਹਾ ਹੈ ਕਿ ਇਸਨੇ ਬੈਕ ਤੇ ਰਿਜੈਕਟ ਹੋਣ ਦੇ ਚਾਂਸਸ ਹੋ ਸਕਦੇ। ਹਾਂ ਰਿਜੈਕਟ ਹੋਣ ਦੇ ਬਹੁਤ ਚਾਂਸ ਹੈ। ਤੁਹਾਡੀ ਇੰਗਲਿਸ਼ ਕਮਜ਼ੋਰ ਹੈ। ਮਿਨੀਮਮ ਤੁਸੀਂ 7 ਲੈ ਕਰ ਆਓ। ਹਾਂ मेरी आवाज नहीं आ रही। की कहना की पूछ रहे हैं? इत्थों ਦੀਆਂ ਕੁੜੀਆਂ ਨੇ ਨਾ ਉਹ 4 ਬੈਂਡ ਤੇ 4.5 ਬੈਂਡ ਤੇ ਵੀ ਤੇ ਲੱਗੀ ਜਾਂਦੇ ਨੇ। ਇੱਥੇ ਇਸਲੀ ਫਾਈਲ ਅਪਲਾਈ ਕਰ ਜਾਂਦੇ ਤੇ ਸਾਈਟ ਤੇ ਲਿਖਦਾ ਹੈਨੀ ਦਾ ਆਫਿਸ ਕੈਨੇਡਾ ਵਾਲਿਆਂ ਦਾ ਤੇ ਇਟਲੀ ਤੇ ਜਦ ਵੀਜ਼ੇ ਲੱਗ ਰਹੇ। ਅਗਰ ਦੇਖੋ ਇਸ ਤਰ੍ਹਾਂ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਵੀ ਇਟਲੀ ਤੋਂ ਜਿਨ੍ਹਾਂ ਨੇ ਕੇਅਰ ਗਿਵਰ ਦਾ ਅਪਲਾਈ ਕੀਤਾ 4.5 ਬੈਂਡ ਤੇ ਵੀ ਉਹਨਾਂ ਦਾ ਕੇਅਰ ਗਿਵਰ ਦਾ ਵੀਜ਼ਾ ਲੱਗਿਆ। ਹਾਂਜੀ ਉਹ ਆ ਗਈ ਕੁੜੀਆਂ ਇੱਥੇ ਪਹੁੰਚ ਗਈਆਂ। ਹਾਂਜੀ ਕੰਮਾਂ ਤੇ ਨਹੀਂ ਸਰ। नहीं उन्हें इस साल आई है कि कितने साल पहले आई है? मतलब विद इन द पास्ट 2-3 महीने पहले आई है? कोई एग्जांपल है? हाँ जी आई है। एक स्कूल मूवी चल रही है वो किसी के 3.5 बैंड से आ रही 3.5 बैंड मैनू ते यकीन मैनू तो अगर कोई कागज दिखाएंगे अगर तो मैं यकीन करूंगा 3.5 बैंड ते मैनू थोड़ा जा तो एतबार हाँ जी डाउट अभी नहीं, बट लास्ट ईयर ਸਾਡੇ ਰਿਲੇਟਿਵ ਸੀ ਕੁੜੀ ਉਹ 4.5 ਬੈਂਡ ਤੇ ਹੋ ਗਈ। ਹਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਪਹਿਲੇ ਆਪਣੇ EMPLOYER ਤੋਂ LMI ਅਪਲਾਈ ਕਰਵਾ ਲਓ। LMI ਵਿੱਚ ਉਹਨਾਂ ਨੇ ਲਿਖਿਆ ਵੀ ਹੋਏਗਾ ਕੁਛ ਨਾ ਕੁਛ ਕਿ ਜਿਹੜਾ ਜੌਬ ਐਡਵਰਟਾਈਜ਼ ਕਰਦੇ ਨਾ ਉਹਦੇ ਵਿੱਚ ਕਿੰਨੀ ਇੰਗਲਿਸ਼ ਦੀ ਲੋੜ ਹੈ ਤੇ ਜਿੰਨੀ ਵੀ ਤੁਹਾਡੀ ਜਿਹੜੀ ਆਈਲੈਸ ਆਇਆ ਹੋਇਆ ਉਹਦਾ ਤੁਸੀਂ ਉਹ ਪਵਾ ਲਓ। ਦੇਖ ਲਓ ਫਿਰ ਅਗਰ ਤੁਹਾਡੇ ਘਰ ਹੈ ਅਗਰ आई थिंक 5 देखो इंग्लिश का इस तरह है ना कि डिपेंडिंग ऑन द जॉब ਤੁਹਾਨੂੰ ਇੱਥੇ ਕਿਸੇ ਨਿਆਣੇ ਨੂੰ ਟੇਕ ਕੇਅਰ ਕਰਨ ਲਈ ਉਹ ਬੁਲਾ ਰਹੇ हैं या कोई एडल्ट ਲਈ ਤੁਹਾਨੂੰ ਇੱਥੇ ਕਰ ਰਹੇ हैं। सो ਦੋਨੋਂ ਸਿਚੁਏਸ਼ਨ ਵਿੱਚ ਤੁਹਾਨੂੰ ਇੰਗਲਿਸ਼ ਆਣਾ ਜ਼ਰੂਰੀ ਹੈ। ਇੰਗਲਿਸ਼ ਦੀ ਕਮਿਊਨੀਕੇਸ਼ਨ ਤੁਹਾਡੀ ਪੂਰੀ ਹੋਏਗੀ ਤਾਂ ਗੱਲ ਬਣੇਗੀ। ਦੂਸਰਾ ਅਗਰ ਜੇ ਇੰਟਰਵਿਊ ਕੇਅਰ ਗਿਵਰ ਵਿੱਚ ਇੰਟਰਵਿਊ ਵੀ ਕਰਦੇ हैं ਵੀਜ਼ਾ ਆਫਸਰ ਅਗਰ ਤਾਂ ਉਹਨਾਂ ਨੂੰ ਲੱਗੇਗਾ ਕਿ ਤੁਹਾਡੀ ਕਮਿਊਨੀਕੇਸ਼ਨ ਅਪ ਟੂ ਦ ਸਟੈਂਡਰਡ ਨਹੀਂ ਹੈ ਤੇ ਉਹਨਾਂ ਨੂੰ ਰਿਜੈਕਟ ਕਰਨ ਦਾ ਇੱਕ ਬਹਾਨਾ ਮਿਲ ਜਾਏਗਾ। ਇਸ करके नहीं एजुकेशन कुछ और चीज है, इंग्लिश रिक्वायरमेंट कुछ और चीज है। एजुकेशन ते जो भी जिस तरह ਹੁਣ ਮੈਡੀਕਲ ਜਿਹੜੀ ਅਗਰ ਕਿਸੇ ਦੀ ਪੜ੍ਹਾਈ ਹੈ ਅਗਰ ਉਹ ਐਡਲਟ ਦੀ ਟੇਕ ਕੇਅਰ ਕਰਨ ਲਈ ਜਾ ਰਹੀ ਹੈ ਫਿਰ ਤੇ ਬਾਕੀ ਉਹਦੇ ਉਨੀ ਅਗਰ ਤੁਹਾਡੀ ਐਜੂਕੇਸ਼ਨ ਪੂਰੀ ਹੋ ਗਈ ਦੈਟ ਇਜ਼ ਆਲ। ਉਹਦੇ ਇਲਾਵਾ ਬਾਕੀ ਐਕਸਟਰਾ ਐਜੂਕੇਸ਼ਨ ਦਾ ਕੋਈ ਖਾਸ ਬੋਨਸ ਪੁਆਇੰਟ ਨਹੀਂ ਹੈ। ਕੋਈ ਇਦਾਂ ਨਹੀਂ ਹੈ ਕਿ ਕੋਈ ਬੋਨਸ ਮਿਲ ਜਾਏਗਾ। ਮਿਨੀਮਮ ਮੈਂ ਤਾਂ ਕਹਿੰਦਾ ਕਿ ਤੁਸੀਂ ਮਿਨੀਮਮ ਮੇਰਾ ਨਿਸ਼ਾਨਾ ਤੇ 7 ਤੱਕ ਰਹੇਗਾ। 6 ਜਾਂ ਬਿਟਵੀਨ 6 and 7 ਲੈ ਕੇ ਚਲੋ ਤੁਸੀਂ ਜਸਟ ਟੂ ਬੀ ਸੇਫ ਸਾਈਡ। ਥੈਂਕ ਯੂ। ਵੱਖਰੇ ਦੇਸ਼ਾਂ ਤੋਂ ਜਿਹੜੇ ਨੇ ਬੈਠੇ ਨੇ ਆ ਕੇ ਤੁਸੀਂ ਇਹ ਦੇਖੋ ਕਿ ਸਾਈਪਰਸ ਮੇਰੇ ਖਿਆਲ ਉੱਥੇ ਇੰਟਰਨੈਟ ਤੇ ਸੁਣ ਰਹੇ ਸਾਡਾ ਪ੍ਰੋਗਰਾਮ। ਸਾਈਪਰਸ ਇਸ ਵਕਤ ਸਵੇਰੇ ਦੇ ਉੱਥੇ 2 ਜਾਂ 3 ਵਜੇ ਹੋਣੇ ਸ਼ਾਇਦ। ਮੇਰਾ ਖਿਆਲ ਹੈ ਕਿ ਕਲੋਸ ਟੂ ਸਵੇਰੇ 5 ਵਜੇ ਹੋਣੇ ਸ਼ਾਇਦ। ਹੁਣ ਦੇਖੋ ਗੱਲ ਇਦਾਂ ਪਤਾ ਕੀ ਹੈ ਕਿ ਸਾਰੀ ਦੁਨੀਆ ਇੱਕ ਇਕਨੋਮਿਕ ਮਾਈਗ੍ਰੈਂਟ ਹੈ ਮੋਰ ਔਰ ਲੈਸ। ਹਰ ਇੱਕ ਬੰਦਾ ਸੋਚਦਾ ਕਿ ਵੀ ਕੈਨੇਡਾ ਜਾ ਕੇ 2 ਪੈਸੇ ਕਮਾਣੇ ਅਸੀਂ ਜਾਵਾਂਗੇ।
ਅਗਰ ਜੇ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰ ਕਰਕੇ ਉਹਨਾਂ ਨੇ ਕਹਿਣਾ ਕਿ ਵੀ ਸਾਨੂੰ ਰੈਫਿਊਜੀ ਅਪਲਾਈ ਕਰ ਦਿਓ। ਉਹ ਜਿਹੜੇ ਤੁਸੀਂ ਪਹਿਲਾਂ ਕਹਿੰਦੇ ਰੈਫਿਊਜੀ ਕੀ ਹੁੰਦਾ, ਕੀ ਰੈਫਿਊਜੀ, ਇਹ ਗੱਲ ਹੁੰਦੀ ਹੈ। ਦੇਖਦੇ ਕਾਲਰ ਸਾਹਿਬ ਕੀ ਕਹਿ ਰਹੇ ਹਨ। ਹੈਲੋ ਦੇਸ਼ਪਾਲ ਹਾਂਜੀ ਹਾਂਜੀ ਸਰ ਜੀ ਇੱਕ ਹੋਰ ਪੁੱਛਣਾ ਸੀ, ਦੁਬਾਰਾ ਕੀਤਾ ਫੋਨ। ਪੁੱਛੋ। ਹਾਂਜੀ ਜਿੱਦਾਂ ਆਪਾਂ ਵਿਆਹ ਤੇ ਆਏ ਸੀ, ਮਾਂ ਪਿਓ ਨੂੰ ਵੀਜ਼ਾ ਲੱਗ ਗਿਆ 10 ਸਾਲਾਂ ਦਾ ਤੇ ਨਾਲ ਬੱਚਾ ਸੀ, ਕੁੜੀ ਸੀ, ਉਹਨੂੰ ਲੱਗ ਗਿਆ 2 ਸਾਲਾਂ ਦਾ। ਅੱਛਾ ਜੀ। ਉਹ ਪਰ ਮੁੜ ਕੇ ਤੇ 6 ਮਹੀਨਿਆਂ ਦੇ ਵਿੱਚ ਮੁੜ ਗਿਆ ਉਹ, ਹਨਾ। ਅੱਛਾ ਮਾਈ ਬਾਪ ਵੀ ਨਾਲ ਹੀ ਨਿਆਣਾ ਵੀ ਮੁੜ ਗਿਆ। ਅੱਛਾ ਬੱਚਾ ਹੀ ਮੁੜ ਗਿਆ। ਅੱਛਾ ਜੀ। ਬੱਚਾ ਵੀ ਮੁੜ ਗਿਆ। ਹੁਣ ਉਹ ਫਿਰ ਤਿਆਰੀਆਂ ਕਰਦੇ ਆ ਜੀ, ਸਮਾਨ ਵੇਚੀ ਜਾਂਦੇ, ਅਸੀਂ ਮੁੜਦੇ ਅਸੀਂ ਕੁੜੀ ਉੱਥੇ ਪੜ੍ਹਨ ਲੱਗ ਜਾਣੀਆਂ, ਸੀਟਾਂ ਕਰ ਲਈਆਂ। ਉਹਦਾ ਰਹਿੰਦਾ ਵੀਜ਼ਾ 6 ਮਹੀਨਿਆਂ ਦਾ। ਉਹ ਲੜਕੀ ਦਾ? ਹਾਂ ਲੜਕੀ ਦਾ। ਅੱਛਾ ਜੀ। ਤਾਂ ਫਿਰ ਉਹ ਕਿੱਦਾਂ ਫਿਰ ਪੜ੍ਹਨ ਲੱਗ ਸਕਦੀ ਆ? ਮੈਂ ਸਮਝ ਸਕਦਾ ਧਿਆਨ ਦੇ ਦੱਸੋ ਠੀਕ ਹੈ ਕਿਸ ਤਰ੍ਹਾਂ। ਪਹਿਲਾਂ ਵਿਜ਼ਿਟਰ ਹੀ ਆਏ ਸੀ ਜੀ ਇੱਥੇ? ਵਿਆਹ ਤੇ ਆਏ ਸੀ। ਵਿਆਹ ਤੇ ਆਏ ਵਿਜ਼ਿਟਰ ਹੀ ਆਏ ਨਾ? ਹਾਂਜੀ। ਤੇ ਉਹ ਉਹਨਾਂ ਦੀ ਟਾਈਮ ਲਿਮਿਟ ਸੀਗੀ ਵੀਜ਼ੇ ਦੀ ਉਹਨਾਂ ਦੇ ਦੀ? ਅੱਛਾ 6 ਮਹੀਨਿਆਂ ਦੇ ਅੰਦਰ ਅੰਦਰ ਜੀ ਉਹ ਵਾਪਸ ਚਲੇਗਾ। ਠੀਕ ਹੈ। ਅੱਛਾ ਜਾ ਕੇ ਹੁਣ ਹਜੇ ਉਹਨਾਂ ਦੇ ਕੋਲ ਉਹ ਮਤਲਬ ਉਹਨਾਂ ਦੀ ਜਿਹੜੀ ਲੜਕੀ ਹੈ ਉਹ ਕਹਿੰਦੇ ਜੀ ਉੱਥੇ ਜਾ ਕੇ ਉਹ ਸਮਾਨ ਵੇਚੀ ਜਾਂਦੇ ਪਏ ਸੀ ਤੇ ਉੱਥੇ ਵਾਪਸ ਚਲੇ ਜਾਣ। ਜਿਹੜੀ ਲੜਕੀ ਹੈ ਵੀ ਉਹਨੂੰ ਪੜ੍ਹਨ ਲਾ ਦਿਆਂਗੇ। ਹਾਂ ਤੇ ਅਸੀਂ ਨਹੀਂ ਫਿਰ ਉੱਥੋਂ ਮੁੜ ਕੇ ਆਉਂ। ਨਹੀਂ ਗਲਤ ਹੈ ਬਿਲਕੁਲ ਗਲਤ ਹੈ, ਬਿਲਕੁਲ 100% ਗਲਤ ਹੈ। ਇਸ ਤਰ੍ਹਾਂ ਨਹੀਂ ਹਾਂ ਨਹੀਂ ਗਲਤ ਹੈ ਬਿਲਕੁਲ। ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ। ਸੰਗਤ ਸਾਹਿਬ ਮੈਂ ਉਹਦਾ ਜਵਾਬ ਦੇ ਦਿਆਂ। ਐਕਚੁਅਲੀ ਜਿਹੜੇ ਪਹਿਲਾਂ ਸਾਈਪਰਸ ਤੋਂ ਕਾਲ ਕਰ ਰਹੇ ਸੀ ਕਿ ਕਿੰਨੀ ਕੀ ਇੰਗਲਿਸ਼ ਰਿਕੁਆਇਰਮੈਂਟ ਹੈ। ਸੋ ਉਹਦੇ ਦੇਖੋ ਦੋ ਗੱਲਾਂ ਇੱਥੇ ਮੈਂ ਤੁਹਾਡੀ ਤਾਂ ਉਹਨਾਂ ਨੂੰ ਦੱਸ ਰਿਹਾ ਵੀ ਇੱਥੇ ਜਿਹੜੀ ਰਿਕੁਆਇਰਮੈਂਟ ਆ ਉਹ ਅੰਗਰੇਜ਼ੀ ਦੀ ਆਹਾ ਹੈ। ਹਾਂਜੀ ਪਰ ਉਹ ਤੁਹਾਨੂੰ ਨਾਲ ਹੀ ਜਵਾਬ ਇਹ ਦੇ ਰਿਹਾ ਵੀ ਦੇਖੋ ਜੀ ਅਸੀਂ ਇਟਲੀ ਤੇ ਜਾ ਕੇ ਅਪਲਾਈ ਕਰਦੇ ਆ। ਕੁੜੀਆਂ ਜੀ ਉੱਥੋਂ ਲੈ ਕੇ ਗਈਆਂ ਨੇ ਜਿਨ੍ਹਾਂ ਦੇ ਬੈਂਡ ਜਿਹੜੇ ਆ ਜੀ ਉਹ ਈਵਨ 3 ਜਾਂ 3.5 ਸੀ, ਉਹ ਵੀ ਉੱਥੋਂ ਆ ਗਏ। ਸਰ ਜੀ ਉਹਦੀ ਜਿਹੜੀ ਰਿਕੁਆਇਰਮੈਂਟ ਹੈ, ਦੇਖੋ ਬੈਂਡ ਇੱਕ ਉਹਦਾ ਮਾਰਕਾ ਹੁੰਦਾ ਕਿ ਵੀ ਹਾਂ ਤੁਹਾਡੀ ਇੰਗਲਿਸ਼ ਇੰਨੇ ਲੈਵਲ ਤੱਕ ਪਹੁੰਚੀ ਹੈ। ਲੇਕਿਨ ਮੈਂ ਜਿਹੜੇ ਕੇਅਰ ਗਿਵਰ ਦੀ ਇੱਕ ਡਿਸਕ੍ਰਿਪਸ਼ਨ ਪੜ੍ਹ ਰਿਹਾ ਉਹਨਾਂ ਦੇ ਜਿਹੜੇ ਵੈਬਸਾਈਟ ਤੇ ਪੜ੍ਹ ਰਿਹਾ ਕਿ ਕੇਅਰ ਗਿਵਰ ਜਦੋਂ ਅਪਲਾਈ ਕਰਦੇ ਹੈ ਤੇ ਉਹਨਾਂ ਕੋਲ ਇੰਨੀ ਜ਼ਿਆਦਾ ਇੱਕ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ ਕਿ 4 ਉਹਦੇ ਐਗਜ਼ਾਮਪਲ ਦੱਸੇ, ਕੋਈ ਐਮਰਜੈਂਸੀ ਸਿਚੁਏਸ਼ਨ ਆ ਗਈ ਤੇ ਉਹਨਾਂ ਕੋਲ ਇੰਨੀ ਇੰਗਲਿਸ਼ ਜ਼ਰੂਰ ਹੋਣੀ ਚਾਹੀਦੀ ਕਿ ਦੇ ਕੈਨ ਕੰਟੈਕਟ ਡਾਕਟਰ, ਐਂਬੂਲੈਂਸ, ਪੁਲਿਸ ਵਾਲਾ, ਫਾਇਰ ਡਿਪਾਰਟਮੈਂਟ। ਦੂਸਰਾ ਇੰਨੀ ਇੰਗਲਿਸ਼ ਜ਼ਰੂਰੀ ਹੈ ਕਿ ਐਟਲੀਸਟ ਉਹ ਦਵਾਈਆਂ ਦੇ ਲੇਬਲ ਪੜ੍ਹ ਸਕਦੇ ਕਿ ਦਵਾਈ ਤੇ ਲਿਖਿਆ ਕੀ ਹੈ। ਤੀਸਰਾ ਕਿ ਬਈ ਘਰ ਕੋਈ ਆ ਗਿਆ, ਕੋਈ ਟੈਲੀਫੋਨ ਵਿੱਚ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਐਕਸਟਰਨਲ ਪਬਲਿਕ ਨਾਲ ਕੋਈ ਡੀਲਿੰਗ ਕਰਨੀ ਹੈ, ਗੱਲਬਾਤ ਉਹਨਾਂ ਦੀ ਹੋ ਸਕਦੀ ਹੈ। ਇਹ ਚਾਰੋਂ ਰਿਕੁਆਇਰਮੈਂਟ ਇੱਕ ਹੈ ਕੇਅਰ ਗਿਵਰ ਦੀ। ਉਹਨੇ ਆਈਲੈਟਸ 5.5 ਤੋਂ ਹੋਏਗੀ ਜਾਂ 6 ਤੋਂ ਹੋਏਗੀ ਜਾਂ 7 ਤੋਂ ਹੋਏਗੀ ਜਾਂ 3.5 ਤੋਂ ਹੋਏਗੀ। ਲੈਟ them decide ਕਿ ਵੀ ਉਹਨਾਂ ਕੋਲ ਇੰਨੀ ਜ਼ਿਆਦਾ ਕਾਬਲੀਅਤ ਹੈ ਜਾਂ ਨਹੀਂ ਹੈ। ਨਹੀਂ ਜੇ ਉਹਨਾਂ ਨੇ MBA ਉਹਨਾਂ ਇਹ ਵੀ ਕਿਹਾ ਨਾ MBA ਕੀਤੀ ਹੈ ਉਹਨਾਂ। MBA ਕਹਿ ਰਹੇ ਸੀ ਤੇ ਮੇਰਾ ਖਿਆਲ ਹੈ ਜੀ ਵੀ ਉਹ ਦਵਾਈਆਂ ਪੜ੍ਹ ਸਕਦੇ ਹੋਣੇ ਆ। ਆਮ ਸ਼ੋਰ ਪੜ੍ਹ ਸਕਦੇ ਆ, ਪਰ ਮੇਰੇ ਖਿਆਲ ਉਹਨਾਂ ਦਾ ਜ਼ਿਆਦਾ ਇਹ ਹੈ ਕਿ ਵੀ ਸਾਡਾ ਸਕੋਰ ਕਿੰਨਾ ਆਏ ਕਿ ਵੀ ਸਾਡਾ ਵੀਜ਼ਾ ਮਿਲ ਜਾਏ, ਕਿ ਵੀ ਸਕੋਰ ਜ਼ਿਆਦਾ ਨਾ ਕਰਨਾ ਪਏ, ਮਤਲਬ ਐਸ ਮਚ ਐਸ ਪੋਸੀਬਲ। ਪਰ ਇਹ ਜਦ ਅਗਰ ਵੀਜ਼ਾ ਅਗਰ ਆਫਿਸਰ ਤੁਹਾਡਾ ਇੰਟਰਵਿਊ ਲੇਗਾ ਤੇ ਇਹ 4 ਗੱਲਾਂ ਨੂੰ ਉਹ ਚੈੱਕ ਕਰੇਗਾ ਕਿ ਵੀ ਹਾਂ ਤੁਸੀਂ ਇਹ ਸਾਰੇ ਕਰ ਸਕਦੇ ਹੋ ਕਿ ਨਹੀਂ। that is my answer. I hope ਕਿ ਉਹ ਵੱਧ ਤੋਂ ਵੱਧ ਕੋਰਸ ਆਪਣਾ ਲਾ ਸਕਦੇ। ਅਮਰਜੋਤ ਜੀ ਜਿਹੜੇ ਇਹਨਾਂ ਲਈ LMI ਵਗੈਰਾ ਹੁੰਦਾ ਇਹਦੇ ਤੇ ਕੇਅਰ ਗਿਵਰ ਲਈ ਤਨਖਾਹ ਵਗੈਰਾ ਜਿਹੜੀ ਆ ਉਹ ਵੀ ਕੋਈ ਮਿਨੀਮਮ ਉਹਨਾਂ ਨੇ ਰੱਖੀ ਹੈ ਵੀ ਕਿੰਨੀ ਦੇਣੀ? ਹਾਂਜੀ ਉਹ ਕੀ ਹੈ ਜੀ, ਕਿੰਨਾ? ਉਹ ਮੈਂ ਦੇਖ ਲੈਣਾ ਅਕੋਰਡਿੰਗ ਟੂ NOC ਹੁੰਦਾ, ਉਹ ਮੈਂ ਦੇਖ ਕੇ ਤੁਹਾਨੂੰ ਹੁਣੇ ਦੱਸਣਾ ਕਿੰਨੀ ਤਨਖਾਹ ਹੈ। ਪਰ ਤਨਖਾਹ ਹਰ ਇੱਕ LMI ਵਿੱਚ ਤਨਖਾਹ ਤਾਂ ਹੁੰਦੀ ਹੈ, ਹਰ ਇੱਕ ਹੁੰਦੀ ਹੈ। ਉਹ ਮੈਂ ਦੇਖ ਕੇ ਤੁਹਾਨੂੰ ਦੱਸਣਾ ਕਿੰਨੀ ਮੀਡੀਅਮ ਤਨਖਾਹ। ਇਟ ਆਲ ਡਿਪੈਂਡਸ ਔਨ ਕਿ ਕਿਹੜੇ ਸ਼ਹਿਰ ਜਾ ਰਹੇ ਆ, ਉਹ ਮਤਲਬ ਕਿਸ ਤਰ੍ਹਾਂ ਦਾ ਕੰਮ ਕਰਨਗੇ ਉਸ ਹਿਸਾਬ ਨਾਲ ਹੁੰਦਾ। ਉਹ ਮੈਂ ਦੇਖ ਕੇ ਦੱਸਣਾ। ਮੈਨੂੰ ਇੱਕ ਜਿਹੜੇ ਫੇਸਬੁੱਕ ਤੇ ਵੀ ਪੁੱਛ ਰਹੇ ਕੋਈ ਸੁਨੀਤਾ ਸੁਮਨਪਾਲ ਪੁੱਛ ਰਹੇ ਕਿ ਹਾਊ ਟੂ ਲੁੱਕ ਫॉर LMI ਸਪਾਂਸਰ। ਜਿੱਦਾਂ ਕਿ ਸਾਰੀ ਦੁਨੀਆ ਦੀ ਭਾਲ ਹੁੰਦੀ ਕਿ ਵੀ ਸਾਨੂੰ ਇੱਕ ਇੰਪਲੋਇਰ ਮਿਲ ਜਾਏ। ਸੁਨੀਤਾ ਜੀ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੇ ਕੈਨੇਡਾ ਬੈਠੇ ਆ ਉਹ ਵੀ ਨੌਕਰੀ ਦੀ ਭਾਲਦੇ ਆ ਕਿ ਵੀ ਸਾਨੂੰ ਨੌਕਰੀ ਮਿਲ ਜਾਏ। ਤੁਸੀਂ ਇੰਡੀਆ ਬੈਠ ਕੇ ਸੋਚ ਰਹੇ ਹੋ ਕਿ ਸਾਨੂੰ ਨੌਕਰੀ ਦਾ ਲੈਟਰ ਕਿਸ ਤਰ੍ਹਾਂ ਮਿਲ ਜਾਏ। ਨਹੀਂ ਉੱਪਰ ਇਦਾਂ ਨਾ ਡਿਪੈਂਡਿੰਗ ਔਨ ਵੀ ਉਹਨਾਂ ਕੋਲ ਕੀ ਪ੍ਰੋਫੈਸ਼ਨ ਕੀ ਹੈਗਾ। ਪ੍ਰੋਫੈਸ਼ਨ ਭਾਵੇਂ ਕੋਈ ਵੀ। ਉਹ ਮੇਰੇ ਕੋਲ ਤੇ ਸਰ ਜੀ ਇਸ ਤਰ੍ਹਾਂ ਹੈ ਕਿ
ਸੌਫਟਵੇਅਰ ਇੰਜੀਨੀਅਰ ਅਮਰੀਕਾ ਤੋਂ ਜਿਹੜੇ ਕੰਮ ਕਰ ਰਹੇ ਹੈ ਉਹ ਕਾਲ ਕਰਕੇ ਪੁੱਛਦੇ ਕਿ ਸਾਨੂੰ ਇੱਥੇ ਕੰਪਿਊਟਰ ਜੌਬ ਦਾ ਦੇ ਦਿਓ। ਸੋ ਉਨ ਸੌਫਟਵੇਅਰ ਇੰਜੀਨੀਅਰ ਜਿਹੜਾ ਅਮਰੀਕਾ ਤੋਂ ਪੜ੍ਹਿਆ ਹੋਇਆ ਹੈ, ਦਿੱਲੀ IIT ਦਾ ਪੜ੍ਹ ਕੇ ਫਿਰ ਨੌਕਰੀ ਕਰਕੇ, ਉਸ ਤੋਂ ਜ਼ਿਆਦਾ ਵੱਡਾ ਪ੍ਰੋਫੈਸ਼ਨਲ ਕੌਣ ਹੋਏਗਾ ਜਿਹਨੂੰ ਜੌਬ ਆਪਣੇ ਆਪ ਮਿਲ ਸਕਦੀ ਹੈ। ਪਰ ਜੌਬ ਮਿਲਣਾ ਇਟ ਇਜ਼ ਸਮਥਿੰਗ ਇੰਡੀਵਿਜੂਅਲ ਚੀਜ਼ ਹੈ। ਕਿਸੇ ਨॉर्मली लोग कहते हैं हाँ भी तुसी पैसे ले लो जी, ब्रोकर तो ले लिया जी, कंसल्टेंट ले लिया, वो फिर असली जॉब है नहीं है, वी डोंट नो। पर कोई भी जॉब मिलनी इट्स एन इंडिपेंडेंट चैलेंज, भाਵੇਂ कोई भी किसी प्रोफेशन का हो। दोस्तों तकरीबन समा समाप्त है। अगर किसी का होर कोई सवाल है तो जी वो जरूर कर सकते, पर ना कुछ गल्लां ਜਿਹੜੀਆਂ ਉਹ ਲੋਕਾਂ 'ਚ ਕਨਫਿਊਜ਼ਨ ਬੜਾ ਕ੍ਰੀਏਟ ਕਰਦੀਆਂ ਜੀ। देखो जो हुण वो एक पासे कह रहे जी भी 3 साढ़े 3 बैंड वाली लड़कियां भी जा रही, पर जी उन्होंने रिक्वायरमेंट हैगी आ वो 6 तो 7 के दरम्यान की गल हो रही है। तो जो कोई दूसरा बंदा बेटा सुन रहा जी, किसी के भी दिमाग से गल आउंदी भी ये काला माला हो की रहा, फिर मतलब जां ते उत्थे जिहड़े बंदे काम कर रहे ने वो इस गल नूं एक्सप्लॉइट कर रहा है जिहड़े इमीग्रेशन वाले ने, हाँ भी चलो एक्सेप्ट कर लो उस गल नूं। जंगा साहब ਤੁਹਾਨੂੰ ਇੱਕ ਉਹ ਦੱਸਦੇ ਆ ਕਿ ਤੁਸੀਂ ਪੁੱਛਿਆ ਨਾ ਵੀ ਤਨਖਾਹ ਕਿੰਨੀ ਹੈ। ਜੀ ਜੀ, ਡਿਪੈਂਡਿੰਗ ਔਨ ਜੌਬ ਤੁਹਾਡੇ ਜਿਹੜੇ ਲੋਕੇਸ਼ਨ ਵਾਈਜ਼ ਕੇਅਰ ਗਿਵਰ ਦੀ ਜੌਬ ਜਿਹੜੀ ਤਨਖਾਹ ਹੈ ਪਰ ਆਵਰ $14 ਤੋਂ ਸ਼ੁਰੂ ਹੁੰਦੀ ਹੈ। ਮੀਡੀਅਨ ਮੀਡੀਅਨ ਵਿੱਚ ਮੀਡੀਅਨ ਸਟਾਰਟ ਹੁੰਦੀ ਹੈ। ਲੋ ਵੀ ਮੀਡੀਅਨ ਦੇ ਸੇਮ ਹੈ ਇਹਦੇ ਵਿੱਚ। ਟੋਰਾਂਟੋ ਦਾ ਮੈਂ ਦੱਸ ਰਿਹਾ ਕਿ 14 ਹਾਈ ਆਲ ਦ ਵੇ ਅਪ ਟੂ $19। ਇੱਥੇ ਐਡਮਿੰਟਨ, ਐਡਮਿੰਟਨ ਦਾ ਵੀ ਮੈਂ ਦੇਖ ਲੈਣਾ, ਇਹਦੇ ਵਿੱਚ ਦੇਖ ਲੈਣਾ ਕੀ ਹੈ ਐਡਮਿੰਟਨ ਦਾ। ਸੋ ਇਸ ਤਰ੍ਹਾਂ ਦਾ ਹੈ ਚੱਕਰ, ਦੇਖ ਲੈਣਾ। ਤੇ ਉਹ ਉਹਨਾਂ ਨੂੰ ਫੁੱਲ ਟਾਈਮ ਜੌਬ ਦੇਣੀ ਪੈਂਦੀ? ਫੁੱਲ ਟਾਈਮ ਜੌਬ ਹੈ, ਮਿਨੀਮਮ 30 ਆਵਰਸ ਅ ਵੀਕ। ਮਿਨੀਮਮ 30 ਆਵਰਸ ਪਰ ਵੀਕ। ਬਿਲਕੁਲ ਬਿਲਕੁਲ। ਐਲਬਰਟਾ ਦਾ ਸ਼ੋ ਕਰ ਰਿਹਾ ਹੈ ਜੀ $13.60, 1360। ठीक है, हाँ इन्नी मिनिमम है, जरूरी है। हाँ बड़ी मेहरबानी अमरजोत जानकारी ਲਈ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਕਾਲਰਸ ਦਾ ਵੀ ਜਿਨ੍ਹਾਂ ਨੇ ਫੋਨ ਕੀਤੇ ਨੇ ਔਰ ਆਪਣੇ ਇਸ਼ੂ ਜਿਹੜੇ ਸਾਹਮਣੇ ਲਿਆਏ ਆ। ਦੋਸਤੋ ਹਮੇਸ਼ਾ ਹੀ ਅਮਰਜੋਤ ਸਿੰਘ ਹੋਰੀ ਬੁੱਧਵਾਰ ਸੋਮਵਾਰ ਦੀ ਸ਼ਾਮ ਹਾਜ਼ਰ ਹੁੰਦੇ ਨੇ। ਵੈਸੇ ਤੁਸੀਂ ਅੱਗੇ ਪਿੱਛੇ ਉਹਨਾਂ ਨੂੰ ਟੈਲੀਫੋਨ ਤੇ ਉਹਨਾਂ ਦੇ ਸੈੱਲ ਫੋਨ ਤੇ ਕਾਲ ਕਰ ਸਕਦੇ ਹੋ। ਨੰਬਰ ਨੋਟ ਕਰ ਲਓ 780 707 4831 707 4831। ਸੋ ਤੁਸੀਂ ਇਹ ਡਾਇਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। आखिरी कमेंट मैं पढ़ दिया फेसबुक ਤੇ ਮੈਨੂੰ ਛਤਰਪਾਲ ਸਿੰਘ ਖਹਿਰਾ ਮੇਰੇ ਖਿਆਲ ਇੰਡੀਆ ਤੋਂ ਮੈਨੂੰ ਲਿਖ ਰਹੇ ਹੈ ਕਿ ਸਰ ਮੈਂ ਕੈਨੇਡਾ ਦਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈ। ਅੱਜ 47 ਦਿਨ ਹੋ ਗਏ ਹੈ ਪਰ ਕੋਈ ਅਪਡੇਟ ਨਹੀਂ ਮਿਲਿਆ। ਛਤਰਪਾਲ ਸਿੰਘ ਜੀ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ, ਤੁਸੀਂ ਐਮਬੈਸੀ ਦਾ ਵੇਟ ਕਰੋ। ਤੁਸੀਂ ਐਪਲੀਕੇਸ਼ਨ ਪਾਈ ਹੈ, ਤੁਹਾਨੂੰ ਉਹ ਯੈਸ ਨੋ ਤੁਹਾਨੂੰ ਆਪ ਹੀ ਦੇਣਗੇ। आई एम श्योर दे आर बिजी। 6 हफ्ते का तो मिनिमम एवरेज प्रोसेसिंग टाइम लेके चलो ओपन वर्क परमिट का। सो यही मैं कर सकता। बाकी अगर तुसी किसी लॉयर तो करवाया तो उन्होंने कहो कि भी वो इंक्वायरी पा के दे सकते हैं। सो बाकी भी होर लखदीप सिंह अंतर पूछ रहे हैं कि 5257 डिफरेंस की है रिमेन्स पेंडिंग। लखदीप सिंह तुहानू मैं पहला ही शायद दस्या कि तुसी कॉल कर लेना स्काइप ते, फिर आपां एक गलबात करके उन्होंने रिकॉर्ड करके पा सकते हैं। सो दैट इज व्हाट वी इज। दोस्तों फिर अज का टाइम हुण मेरे ख्याल 9-2 मिनट ऊपर हो गए हैं ते अगले हफ्ते फिर मुलाकात होगी। बिल्कुल धन्यवाद तुहाडा बहुत बहुत। ते लो दोस्तों हुण समा हो रहा है खबरां दा। खबरां सुणाउने आ ते अमरजोत सिंह होरां नूं फतेह गजाउने आ। वाहिगुरू जी का खालसा वाहिगुरू जी की फतेह। अमरजोत